ਰਾਧਾ। ਹਾਂਜੀ ਸ਼ੁਰੂ। राग आसा बाणी श्री रविदास जीओ की। मृग मीन परेंग पतंग कुंचर एक दुख बेनाश मृग मीन परेंग पतंग कुंचर एक दुख बेनाश। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਇਹ ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਹੈ। ਜਿਸ ਤਰ੍ਹਾਂ ਅਸੀਂ ਬਾਕੀ ਸੰਤਾਂ ਮਹਾਤਮਾ ਦੇ ਜਦੋਂ ਬਚਨ ਸੁਣਦੇ ਹਾਂ ਤੇ ਉਹ ਵੀ ਸਾਨੂੰ ਅਗਾਹ ਕਰਦੇ ਨੇ ਮਾੜੇ ਕਰਮਾਂ ਤੋਂ, ਔਗਣਾਂ ਤੋਂ, ਔਰ ਬੇਨਤੀਆਂ ਵੀ ਕਰਦੇ ਨੇ ਸਤਿਗੁਰਾਂ ਦੇ ਆਪਣੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ ਦਇਆ ਕਰੋ, ਸਾਡੇ ਔਗਣ ਬਹੁਤ ਵੱਡੇ ਨੇ ਅਤੇ ਤੁਸੀਂ ਦਇਆ ਕਰਕੇ ਇਹਨਾਂ ਨੂੰ ਬਖਸ਼ੋ, ਤੁਸੀਂ ਹੀ ਸਾਨੂੰ ਇਹਨਾਂ 'ਚੋਂ ਬਾਹਰ ਕੱਢੋਗੇ ਅਤੇ ਅਸੀਂ ਨਿਕਲ ਸਕਦੇ ਹਾਂ। ਜਿਸ ਤਰ੍ਹਾਂ ਇੱਕ ਜਗ੍ਹਾ ਫਰਮਾਇਆ ਉਹਨਾਂ ਨੇ ਕਿਹਾ ਕਿ ਚੇਤਾ ਸਮੁੰਦ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕੁਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਕਹਿੰਦੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਬਹੁਤ ਨੀਰ ਭਰਿਆ ਪਿਆ ਹੈ, ਕੋਈ ਉਹਦਾ ਅਥਾਹ ਨਹੀਂ ਹੈ, ਇਸੇ ਤਰ੍ਹਾਂ ਹੀ ਸਾਡੇ ਔਗਣ ਜਿਹੜੇ ਨੇ ਬਹੁਤ ਜ਼ਿਆਦਾ ਨੇ, ਤੁਸੀਂ ਦਇਆ ਕਰੋ, ਤੁਸੀਂ ਤਾਰ ਸਕਦੇ ਹੋ। ਇਸੇ ਤਰ੍ਹਾਂ ਹੀ ਰਵਿਦਾਸ ਜੀ ਮਹਾਰਾਜ ਵੀ ਜੋ ਬਾਣੀ 'ਚ ਆਇਆ ਅੱਜ ਵਚਨ ਫਰਮਾਇਆ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਸਾਰਿਆਂ ਦਾ ਉਹਨਾਂ ਨੇ ਦੱਸਿਆ ਕਿ ਏਕ ਦੋਖ ਵਿਨਾਸ਼, ਇਹਨਾਂ ਦੇ ਵਿੱਚ ਸਿਰਫ ਇੱਕ ਇੱਕ ਹੀ ਜਿਹੜਾ ਸੀ ਔਗਣ ਸੀ ਜਿਨ੍ਹਾਂ ਨੇ ਇਹਨਾਂ ਦਾ ਵਿਨਾਸ਼ ਕਰ ਦਿੱਤਾ। ਮ੍ਰਿਗ ਕਿਆ ਹੈ? ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਉਹਦੇ ਵਿੱਚ ਕੰਨਾਂ ਦਾ ਰਸ ਲੈਣ ਦੀ ਜਿਹੜੀ ਹੈਗੀ ਉਹਦੀ ਚਾਹ, ਅਤੇ ਉਹਨੂੰ ਸ਼ਿਕਾਰੀ ਜਦੋਂ ਫੜਦੇ ਨੇ ਅਤੇ ਉਹ ਜਿਹੜਾ ਯੰਤਰ ਜਿਹੜਾ ਕੀ ਕਹਿੰਦੇ ਨੇ ਉਹਨੂੰ ਹੇੜਾ ਕੰਡਾ ਕਿਸ ਤਰ੍ਹਾਂ ਉਹਦਾ ਜਿਹੜਾ ਵਜਾਉਂਦੇ ਨੇ ਉਹਨੂੰ, ਅਤੇ ਉਹਨੂੰ ਇੱਕ ਨਾਦ ਉੱਤੋਂ ਜਿਹੜਾ ਉਤਪੰਨ ਹੁੰਦਾ, ਜਿਹੜੀ ਉਹਦੀ ਧੁਨੀ ਉਹਦੀ ਹੁੰਦੀ ਆ, ਉਹਦੇ 'ਤੇ ਖਿੱਚਿਆ ਚੱਲਿਆ ਆਉਂਦਾ ਹਿਰਨ। ਉਹਨੂੰ ਪਤਾ ਵੀ ਇਹ, ਪਰ ਉਹ ਸਭ ਵਿੱਚ ਖਿੱਚਿਆ ਚੱਲਾ ਆਉਂਦਾ ਆਣ ਕੇ ਅਤੇ ਸ਼ਿਕਾਰੀ ਦੇ ਗੋਦ ਦੇ ਵਿੱਚ ਸਿਰ ਰੱਖ ਦਿੰਦਾ ਹੈ। ਉਹ ਕੰਨਾਂ ਦੇ ਰਸ ਕਰਕੇ ਹੀ ਉਹ ਜਿਹੜਾ ਆ ਆਪਣਾ ਆਪ ਗਵਾ ਲੈਂਦਾ ਹੈ। ਦੂਸਰਾ ਉਹਨੇ ਫਰਮਾਇਆ ਕਿ ਮੀਨ, ਮੀਨ ਮਛਲੀ, ਮੱਛੀ ਵੀ ਜਿਹੜੀ ਹੈ ਉਹਨੂੰ ਜ਼ੁਬਾਨ ਦਾ ਰਸ ਹੈ। ਸ਼ਿਕਾਰੀ ਉਹਨੂੰ ਜਾਲ ਜਦੋਂ ਸੁੱਟਦਾ ਹੈ ਜਾਂ ਧਾਗੇ ਨਾਲ ਜਿਹੜੀ ਉਹਦੀ ਕੁੰਡੀ 'ਚ ਵਸਾ ਕੇ ਕੋਈ ਨਾ ਕੋਈ ਚੀਜ਼ ਐਸੀ ਸੁੱਟਦਾ ਹੈ ਅਤੇ ਉਹ ਖਿੱਚੀ ਚਲੀ ਆਉਂਦੀ ਹੈ ਉਸ ਜੀਵ ਦੇ ਸਾਰ ਨਾਲ, ਅਤੇ ਉਹਨੂੰ ਮੂੰਹ 'ਚ ਪਾਉਂਦੀ ਹੈ ਅਤੇ ਉਹ ਸ਼ਿਕਾਰੀ ਉਹਨੂੰ ਫੜ ਲੈਂਦਾ, ਉਹ ਵੀ ਆਪਣੀ ਜਾਨ ਗਵਾ ਦਿੰਦੀ ਹੈ। ਅੱਗੇ ਉਹਨੇ ਫਰਮਾਇਆ ਭਰਿੰਗ, ਭੌਰੇ ਦਾ, ਭੌਰਾ ਵੀ ਜਿਹੜਾ ਆ ਉਹਨੂੰ ਨੱਕ ਦੀ ਜਿਹੜਾ ਰਸ ਆ ਉਹ ਫੁੱਲਾਂ ਨੂੰ ਸੁੰਘਦਾ ਮਹਿਕ ਲੈਂਦਾ, ਜਿਹੜਾ ਆ ਫੁੱਲਾਂ ਦੇ ਵੱਖਰਿਆਂ ਬੈਠਦਾ ਹੈ, ਇੰਨਾ ਮਸਤ ਹੋ ਜਾਂਦਾ ਉਹਦੇ ਵਿੱਚ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਸ਼ਾਮ ਨੂੰ ਫੁੱਲ ਬੰਦ ਹੁੰਦੇ ਆ ਅਤੇ ਉਹ ਵਿੱਚੇ ਹੀ ਕੈਦ ਹੋ ਕੇ ਅਤੇ ਵਿੱਚੇ ਖਤਮ ਹੋ ਜਾਂਦਾ ਹੈ। ਸਾਰਿਆਂ ਦੇ ਵਿੱਚ ਇੱਕ ਇੱਕ ਔਗਣ ਦੀ ਗੱਲ ਕੀਤੀ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਪਤੰਗ ਜਿਹੜਾ ਪਤੰਗਾ ਹੈ, ਪਤੰਗਾਂ ਨੂੰ ਅੱਖਾਂ ਦਾ ਰਸ ਹੈ, ਦੇਖਣ ਦਾ ਹੈ, ਉਹ ਉਸੇ ਚਸਕੇ ਦੇ ਵਿੱਚ ਹੀ ਜਿਸ ਨੂੰ ਜਦੋਂ ਦੀਵਾ ਅੱਗ ਜਗਦਾ ਹੈ ਅਤੇ ਉਸ ਜੋਤ ਦੇ ਉੱਤੇ ਬਾਰ ਉਧਰ ਨੂੰ ਭੱਜਦਾ ਹੈ, ਵਿੱਚੋਂ ਦੀ ਲੰਘਦਾ, ਉਹਦੇ 'ਤੇ ਸੜ ਕੇ ਉਹ ਸਵਾਹ ਹੋ ਜਾਂਦਾ ਹੈ। ਕੁੰਚਰ ਜਿਹੜਾ ਉਹ ਹਾਥੀ ਦਾ ਦੱਸਿਆ ਉਹਨਾਂ ਨੇ, ਹਾਥੀ ਨੂੰ ਉਹਦੀ ਕਾਮ ਵਾਸਨਾ ਜਿਹੜੀ ਆ ਉਹਨੂੰ ਡੁਬੋ ਦਿੰਦੀ ਹੈ। ਸ਼ਿਕਾਰੀ ਉਹਨੂੰ ਫੜਨ ਵਾਸਤੇ ਕਹਿੰਦੇ ਕਿ ਇੱਕ ਬਹੁਤ ਵੱਡਾ ਗੱਡਾ ਜਿਹੜਾ ਜੰਗਲ 'ਚ ਪੁੱਟ ਦਿੰਦੇ ਨੇ, ਪੁੱਟ ਕੇ, ਕਿਉਂਕਿ ਉੱਦਾਂ ਦੇ ਬਹੁਤ ਤਾਕਤਵਰ ਹੈ, ਅਤੇ ਉੱਥੇ ਕਹਿੰਦੇ ਆ ਕਿ ਨਕਲੀ ਹਥਨੀ ਬੰਦਾ ਬਣਾ ਕੇ ਤਸਵੀਰ ਉਹਦੇ ਟੋਏ ਦੇ ਉੱਤੇ ਦੇ ਕੇ ਉੱਤੇ ਕੋਈ ਛੋਟੀਆਂ ਸਾਟੀਆਂ ਜਾਂ ਕੁਛ ਉੱਤੇ ਕੱਖ
ਤੇ ਉੱਤੇ ਉਹ ਰੱਖ ਦਿੰਦੇ ਨੇ ਤੇ ਉਹਦੇ ਵੱਸ 'ਚ ਆ ਕੇ ਹੀ ਤੇ ਹਾਥੀ ਉਹ ਗੱਡੇ ਦੇ ਵਿੱਚ ਫਸ ਜਾਂਦਾ ਹੈ, ਸ਼ਿਕਾਰੀਆਂ ਨੂੰ ਫੜ ਲੈਂਦੇ ਨੇ। ਹੁਣ ਦੱਸਿਆ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼। ਕਹਿੰਦੇ ਇੱਕ ਇੱਕ ਹੀ ਇਹਨਾਂ ਦੇ ਵਿੱਚ ਔਗਣ ਹੈ, ਇੱਕ ਇੱਕ ਔਗਣ ਹੀ ਇਹਨਾਂ ਨੂੰ ਲੈ ਬੈਠਦਾ। ਅੱਗੇ ਦੱਸਦੇ ਨੇ ਕਿ ਅੱਗੇ ਕੀ ਸਾਨੂੰ ਸਮਝਾਉਣਾ ਕੀ ਉਹ ਚਾਹੁੰਦੇ ਨੇ। ਹਾਂਜੀ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼ ਪੰਚ ਦੁਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਕਹਿੰਦੇ ਇਹ ਜਿਹੜੇ ਜੀਵ ਨੇ ਇੱਕ ਇੱਕ ਆਪਣੇ ਔਗਣ ਕਰਕੇ ਹੀ ਆਪਣਾ ਜੀਵਨ ਜਿਹੜਾ ਗਵਾ ਲਿਆ ਉਹਨਾਂ ਨੇ। ਕਹਿੰਦੇ ਇੱਕ ਇੱਕ ਔਗਣ ਉਹਨਾਂ ਦੇ ਵਿੱਚ ਆ ਤੇ ਉਹਨਾਂ ਦਾ ਵੱਸ ਨਹੀਂ ਉਹਦੇ ਉੱਤੇ ਹੁੰਦਾ। ਕਹਿੰਦੇ ਜਿਹਦੇ ਵਿੱਚ ਮਨੁੱਖ ਦੇ ਵਿੱਚ ਪੰਜੇ ਹੀ ਔਗਣ ਜਿਹੜੇ ਨੇ ਬੇਸ਼ੁਮਾਰ ਨੇ। ਕਹਿੰਦੇ ਪੰਚ ਦੋਖ ਅਸਾਧ ਜਾ ਮੈਂ ਕੀ ਤਤ ਕੇਤਕ ਆਸ। ਕਹਿੰਦੇ ਜਿਹਦੇ ਵਿੱਚ ਇਹ ਪੰਜੇ ਹੀ ਔਗਣ ਨੇ ਉਹਦਾ ਬਚਾਵ ਕਿਸ ਤਰ੍ਹਾਂ ਹੋ ਸਕਦਾ ਹੈ। ਅੱਗੇ ਦੱਸਣਗੇ ਸਭ ਕੁਛ, ਸਾਰੇ ਬਚਨ ਦੇ ਵਿੱਚ ਉਹਨਾਂ ਨੇ ਉਹਦਾ ਨਿਰਣਾ ਵੀ ਕੀਤਾ ਹੈ। ਮੈਂ ਜਿਸ ਤਰ੍ਹਾਂ ਅੱਗੇ ਕਈ ਵਾਰੀ ਦੱਸਿਆ ਕਿ ਸੰਤ ਸਿਰਫ ਇਹ ਨਹੀਂ ਕਿ ਇੱਕ ਸਾਨੂੰ ਸਾਡੇ ਔਗਣ ਦੱਸਦੇ, ਹੁਣ ਉਹ 'ਚੋਂ ਬਚਨ ਦਾ ਰਸਤਾ ਵੀ ਦੱਸਦੇ ਨੇ ਨਾਲ। ਪਰ ਜੇ ਅਸੀਂ ਧਿਆਨ ਦੇ ਕੇ ਉਹਨੂੰ ਸੁਣਾਂਗੇ, ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੇ ਬਚਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਦਇਆ ਜ਼ਰੂਰ ਹੁੰਦੀ ਹੈ, ਕਿਰਪਾ ਜ਼ਰੂਰ ਹੁੰਦੀ ਹੈ। ਵੈਸੇ ਤੇ ਔਗਣ ਬਹੁਤ ਹੀ ਨੇ, ਪਰ ਫਿਰ ਵੀ ਜਿਹੜੇ ਇੱਕ ਇੱਕ ਔਗਣ ਦਾ ਉਹਨਾਂ ਨੇ ਨਾਮ ਲੈ ਕੇ ਦੱਸਦਾ ਕਿ ਕਿਸ ਕਿਸ ਤਰ੍ਹਾਂ ਦਾ ਕੀ ਹਾਲ ਹੁੰਦਾ ਹੈ। ਅਸੀਂ ਸੋਚੀਏ ਜਿਸ ਤਰ੍ਹਾਂ ਸਤਿਗੁਰਾਂ ਨੇ ਵੀ ਇੱਕ ਸਤਸੰਗ ਵਿੱਚ ਵਚਨ ਫਰਮਾਏ ਸੀ, ਕਿਸੇ ਨੂੰ ਕੰਨਾਂ ਦਾ ਰਸ ਹੈ, ਕਿਸੇ ਨੂੰ ਅੱਖਾਂ ਦਾ ਰਸ ਹੈ, ਕੋਈ ਕਹਿੰਦੇ ਸਿਨੇਮਿਆਂ 'ਚ ਧੱਕੇ ਖਾ ਰਿਹਾ ਹੈ, ਕੋਈ ਕਿਸੇ ਪਾਸੇ ਲੱਗਾ ਹੈ, ਕੋਈ ਕਿਸੇ ਪਾਸੇ ਲੱਗਾ ਹੈ। ਜਿਸ ਤਰ੍ਹਾਂ ਇੱਕ ਇੱਕ ਚੀਜ਼ ਤੋਂ ਹੀ, ਚਾਹੇ ਉਹ ਕੋਠੇ ਤੋਂ ਡਿੱਗ ਪੈਂਦਾ ਹੈ, ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਦਾ ਕੋਈ ਚੀਜ਼ ਹੋ ਜਾਂਦੀ ਹੈ, ਇੱਕ ਇੱਕ ਚੀਜ਼ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਜੀਵਨ ਜਿਹੜਾ ਬੜਾ ਦੁਰਲੱਭ ਹੈ, ਇਹ ਮਿਲਿਆ ਤਾਂ ਸਾਨੂੰ ਹੋਰ ਕੰਮ ਵਾਸਤੇ ਹੈ, ਪਰ ਇਹਨਾਂ ਔਗਣਾਂ ਦੇ ਵਿੱਚ ਅਸੀਂ ਆਪਣਾ ਜੀਵਨ ਗਵਾ ਲੈਂਦੇ ਹਾਂ। ਬਸ ਕਿਸੇ ਦਾ ਨਹੀਂ, ਪੇਸ਼ ਕਿਸੇ ਦੀ ਨਹੀਂ ਜਾਂਦੀ। ਪਰ ਸਤਿਗੁਰ ਦਇਆ ਕਰਕੇ ਰਸਤਾ ਦੱਸਦੇ ਨੇ। ਐਸਾ ਨਹੀਂ ਕਿ ਕੋਈ ਵੀ ਇੱਥੇ ਜੀਵ ਕੋਈ ਵੀ ਐਸਾ ਨਹੀਂ ਹੈ ਕਿ ਜਿਹੜਾ ਇਹਨਾਂ ਔਗਣਾਂ ਤੋਂ ਬਚਿਆ ਹੋਵੇ। ਕੋਈ ਵੀ ਨਹੀਂ ਕਹਿ ਸਕਦਾ ਹੱਥ ਖੜਾ ਕਰਕੇ ਕਿ ਨਹੀਂ ਜੀ ਮੈਂ ਇਸ ਤੋਂ ਇਹਨਾਂ ਤੋਂ ਬਾਹਰ ਹਾਂ। ਲੇਕਿਨ ਸਤਿਗੁਰ ਦਇਆ ਕਰਦੇ ਨੇ, ਕਿਰਪਾ ਕਰਦੇ ਨੇ, ਉਹ ਸਾਨੂੰ ਇੱਕ ਰਸਤਾ ਦੱਸਦੇ ਨੇ। ਜਿਸ ਤਰ੍ਹਾਂ ਅਸੀਂ ਬੱਚੇ ਛੋਟੇ ਜਦੋਂ ਜਨਮ ਲੈਂਦੇ ਨੇ ਤਾਂ ਜਨਮ ਲੈ ਕੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਨੇ, ਲੇਕਿਨ ਹੌਲੀ 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 ਮਾਤਾ ਪਿਤਾ ਉਹਨੂੰ ਸਮਝਾਉਂਦੇ ਨੇ, ਦੱਸਦੇ ਨੇ। ਛੋਟੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਮੈਂ ਖਾਣਾ ਹੈ, ਕਿਸ ਤਰ੍ਹਾਂ ਬਹਿਣਾ ਹੈ, ਕਿੱਥੇ ਲੇਟਣਾ ਹੈ, ਕਿੱਥੇ ਕੋਈ ਮੂਤਰ ਤਿਆਗ ਕਰਨਾ ਹੈ, ਕਿੱਥੇ ਕਿਸ ਤਰ੍ਹਾਂ ਬਹਿਣਾ। ਪਰ ਮਾਤਾ ਪਿਤਾ ਉਹਨੂੰ ਹੌਲੀ ਹੌਲੀ ਸਮਝਾਉਂਦੇ ਨੇ, ਸਮਝਾਉਂਦਿਆਂ ਇਹਨਾਂ ਚੀਜ਼ਾਂ 'ਚ ਉਹਨੂੰ ਨਿਪੁੰਨ ਕਰ ਦਿੰਦੇ। ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਅਸੀਂ ਸੰਗਤ ਕਰਦੇ ਹਾਂ। ਜੇ ਅਸੀਂ ਉਹਨਾਂ ਦੇ ਸੰਗ ਕਰਕੇ ਉਹਦੇ ਉੱਤੇ ਯਕੀਨ ਕਰੀਏ ਕਿ ਠੀਕ ਹੈ ਵੀ ਸਤਿਗੁਰ ਜੋ ਸਮਝਾਉਂਦੇ ਨੇ ਸਾਨੂੰ, ਉਹ ਸਾਡੇ ਭਲੇ ਵਾਸਤੇ ਹੀ ਸਮਝਾਉਂਦੇ ਨੇ, ਆਪਣੀ ਜਿਹੜੀ ਅਗਿਆਨਤਾ ਨੂੰ ਛੱਡ ਦਈਏ ਤੇ ਫਿਰ ਉਹਨਾਂ ਦੀ ਦਇਆ ਜ਼ਰੂਰ ਹੁੰਦੀ ਹੈ। ਤੇ ਉਹਨੇ ਫਰਮਾਇਆ ਕਿ ਇਹ ਪੰਜੇ ਜਿਹੜੇ ਔਗਣ ਨੇ ਇਹ ਮਨੁੱਖ ਦੇ ਵਿੱਚ ਨੇ, ਇਹਦੀ ਬਚਨ ਦੀ ਆਸ ਬਹੁਤ ਘੱਟ ਹੈ, ਲੇਕਿਨ ਫਿਰ ਵੀ ਉਹ ਸਤਿਗੁਰ ਦਇਆ ਕਰਦੇ ਨੇ, ਕਿਰਪਾ ਕਰਕੇ ਸਾਨੂੰ ਉਹਦੇ ਵਾਸਤੇ ਰਸਤਾ ਦੱਸਦੇ ਨੇ ਕਿ ਜੋ ਉਸ ਰਸਤੇ 'ਤੇ ਚੱਲਾਂਗੇ ਤੇ ਜ਼ਰੂਰ ਬਚਾਅ ਹੋਏਗਾ। ਹਾਂਜੀ। ਪੰਚ ਦੁਖ ਅਸਾਧ ਜਾਮੈ ਤਾਕੀ ਕੇਤਕ ਆਸ। ਸਤਿਗੁਰਾਂ ਦੇ ਬਚਨ ਅਸੀਂ ਕਈ ਵਾਰੀ ਸੁਣੇ ਨੇ ਕਿ ਛੋਟੀ ਛੋਟੀਆਂ ਚੀਜ਼ਾਂ ਨੇ, ਕੋਈ ਵੱਡੇ ਵੱਡੇ ਕੰਮ ਨਹੀਂ ਸਾਨੂੰ ਕਹਿੰਦੇ। ਰੋਜ਼ ਅਸੀਂ ਵਚਨ ਸੁਣਦੇ ਹਾਂ ਕਿ ਮਾੜਾ ਕਿਸੇ ਨੂੰ ਨਾ ਬੋਲੀਏ,
ਇਹ ਵੀ ਤਾਂ ਇੱਕ ਸਵਾਦ ਨੇ ਸਾਡੇ। ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ, ਇਸ ਜ਼ਬਾਨ ਨਾਲ ਹੀ ਕਰਦੇ ਆ। ਜਿਸ ਤਰ੍ਹਾਂ ਖਾਣ ਪੀਣ 'ਚ ਮਜ਼ਾ ਆਉਂਦਾ ਹੈ, ਅਤੇ ਇਸੇ ਤਰ੍ਹਾਂ ਇਹਦੇ ਵਿੱਚ ਵੀ ਆਨੰਦ ਆਉਂਦਾ ਹੈ। ਇਹਦੇ 'ਚ ਵੀ ਇੱਕ ਅਲੱਗ ਤਰ੍ਹਾਂ ਦਾ ਹੀ ਆਨੰਦ ਹੈ। ਅਸੀਂ ਨਿੰਦਿਆ ਕਰਕੇ ਬੜੀ ਖੁਸ਼ ਹੁੰਦੇ ਹਾਂ। ਜਿਹੜੇ ਕਰਨ ਵਾਲੇ ਨੇ ਉਹ ਜੋ ਉਹਨਾਂ ਨੂੰ ਜ਼ੁਬਾਨ ਦਾ ਉਹ ਜਿਹੜਾ ਰਸ ਆਉਂਦਾ ਹੈ, ਜਿਨ੍ਹਾਂ ਨੂੰ ਕੰਨਾਂ ਨਾਲ ਸੁਣਨ ਦਾ ਹੈ, ਉਹ ਉਹਨਾਂ ਨੂੰ ਸੁਣ ਕੇ ਬੜਾ ਮਜ਼ਾ ਆਉਂਦਾ ਹੈ। ਕੋਈ ਅੱਖਾਂ ਨਾਲ ਜਿਹੜਾ ਵਾ ਕੋਈ ਐਸੀ ਚੀਜ਼ਾਂ ਨੂੰ ਦੇਖਦਾ ਹੈ। ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਰਸ ਨੇ। ਪਰ ਸਤਿਗੁਰੂ ਸਾਨੂੰ ਹਮੇਸ਼ਾ ਹੀ ਸਮਝਾਉਂਦੇ ਨੇ ਕਿ ਵੀ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਹੈ। ਜੇ ਅਸੀਂ ਨਿੰਦਿਆ ਚੁਗਲੀ ਤੋਂ ਬਚ ਜਾਈਏ, ਆਪਣੇ ਹੰਕਾਰ ਤੋਂ ਬਚ ਜਾਈਏ, ਮਾਣ ਵਡਿਆਈ ਤੋਂ ਬਚ ਜਾਈਏ, ਤੇ ਸਤਿਗੁਰਾਂ ਦਾ ਜਿਹੜਾ ਰਸਤਾ ਹੈ ਸਾਨੂੰ ਸਮਝ 'ਚ ਆ ਜਾਏਗਾ। ਮਨ ਕਦੇ ਵੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਮਨ ਸਾਡਾ ਜੀ ਲੱਗਦਾ ਹੀ ਨਹੀਂ ਸਤਿਗੁਰਾਂ ਦੇ ਵਚਨਾਂ ਦੇ ਉੱਤੇ, ਸਾਨੂੰ ਆਨੰਦ ਨਹੀਂ ਆਉਂਦਾ। ਜਿਸ ਤਰ੍ਹਾਂ ਇਹਨਾਂ ਚੀਜ਼ਾਂ 'ਚ ਸਾਨੂੰ ਆਨੰਦ ਆਉਂਦਾ ਹੈ ਜਦੋਂ ਅਸੀਂ ਸਤਿਗੁਰਾਂ ਦੇ ਵਚਨਾਂ 'ਤੇ ਚੱਲਣਾ ਸ਼ੁਰੂ ਕਰਾਂਗੇ, ਤੇ ਉਹਦੇ ਵਿੱਚ ਵੀ ਇੱਕ ਸਾਨੂੰ ਅਲੱਗ ਤਰ੍ਹਾਂ ਦਾ ਆਨੰਦ ਮਿਲੇਗਾ। ਫਿਰ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਹੀ ਮਨ ਜਿਹੜਾ ਚੁੱਕਿਆ ਜਾਏਗਾ। ਪਰ ਅਸੀਂ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਮਨ ਹੌਲੀ ਹੌਲੀ ਇਹਨਾਂ ਰਸਾਂ 'ਚੋਂ ਨਿਕਲਦਾ। ਇੱਕੋ ਦਮ ਨਹੀਂ ਕਿ ਅੱਜ ਹੀ ਅਸੀਂ ਬੈਠੇ, ਅੱਜ ਹੀ ਅਸੀਂ ਧਾਰ ਲਿਆ ਤਾਂ ਅੱਜ ਹੀ ਨਿਕਲ ਜਾਣਾ ਹੈ। ਪਰ ਅੱਜ ਦੀ ਕੋਸ਼ਿਸ਼ ਜਿਹੜੀ ਹੈ ਉਹਦੇ ਵਿੱਚ ਸਾਨੂੰ ਸਹਾਇਤਾ ਜ਼ਰੂਰ ਦੇਵੇਗੀ। ਅਤੇ ਸਤਿਗੁਰਾਂ ਦੇ ਵਚਨਾਂ ਨੂੰ ਸੁਣ ਕੇ ਰੋਜ਼ ਦੇ ਰੋਜ਼ ਆਪਣੇ ਆਪ ਨੂੰ ਉੱਤੇ ਚਲਾਉਣ ਦੀ ਕੋਸ਼ਿਸ਼ ਕਰੀਏ। ਜੇ ਆਪਾਂ ਪਹਿਲੇ ਹੱਥ ਖੜ੍ਹੇ ਕਰਦੇ ਨਹੀਂ ਜੀ ਸਾਡੇ ਕੋਲ ਤਾਂ ਚੱਲਿਆ ਨਹੀਂ, ਅਸੀਂ ਕਿੱਥੇ ਨਿਕਲ ਸਕਦੇ ਹਾਂ, ਅਸੀਂ ਕਿੱਦਾਂ ਇਹਨਾਂ ਤੋਂ ਬਚ ਸਕਦੇ ਹਾਂ, ਅਤੇ ਫਿਰ ਤਾਂ ਉਹਨਾਂ ਨੇ ਜਿਸ ਤਰ੍ਹਾਂ ਦੱਸ ਹੀ ਦਿੱਤਾ ਹੈ ਕਿ ਠੀਕ ਹੈ ਵੀ ਫਿਰ ਤਾਂ ਵਾਕਈ ਨਹੀਂ ਆਸ ਹੈਗੀ। ਸਤਿਗੁਰੂ ਸਾਨੂੰ ਕੱਢਣ ਵਾਸਤੇ ਆਏ ਨੇ ਇੱਥੋਂ। ਜੇ ਉਹਨਾਂ ਦਾ ਬਲ ਲਵਾਂਗੇ ਤਾਂ ਕੋਈ ਐਸੀ ਗੱਲ ਨਹੀਂ ਹੈਗੀ। ਬਸ ਛੋਟੇ ਛੋਟੇ ਵਚਨ ਹੁਕਮ ਮਨਾ ਕੇ ਤੇ ਸਾਨੂੰ ਉਹ ਇਹਨਾਂ ਇਸ ਚਿੱਕੜ 'ਚੋਂ ਕੱਢ ਕੇ ਬਾਹਰ ਰੱਖ ਦਿੰਦੇ। ਹਾਂਜੀ ਅੱਗੇ। ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇਹ ਕਹਿੰਦੇ ਕਿਉਂ ਇਹ ਜਿਹੜੇ ਔਗਣ ਸਾਡੇ 'ਚ ਆਉਂਦੇ ਨੇ, ਕਹਿੰਦੇ ਮਾਧੋ ਅਵਿਦਿਆ ਹਿਤ ਕੀਨ। ਕਹਿੰਦੇ ਔਗਣਾਂ ਦੇ ਨਾਲ ਸਾਡਾ ਪਿਆਰ ਜ਼ਿਆਦਾ ਹੈ। ਜਿਹੜੀ ਚੀਜ਼ ਨਾਲ ਪਿਆਰ ਹੁੰਦਾ ਆ ਉਹਦੀ ਹੀ ਯਾਦ ਆਉਂਦੀ ਆ, ਉਹਦੇ ਵੱਲ ਹੀ ਅਸੀਂ ਭੱਜਦੇ ਹਾਂ। ਕਹਿੰਦੇ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਜਿਹੜਾ ਸਤਿਗੁਰਾਂ ਨੇ ਸਾਨੂੰ ਵਿਵੇਕ ਦਿੱਤਾ ਸੀ, ਸੋਚਣ ਦੀ ਪਰਖਣ ਦੀ ਜਿਹੜੀ ਸਾਨੂੰ ਇੱਕ ਸ਼ਕਤੀ ਦਿੱਤੀ ਸੀ, ਉਹ ਕਹਿੰਦੇ ਆ ਕਿ ਇਹਨਾਂ ਔਗਣਾਂ ਦੇ ਨਾਲ ਸਾਡੀ ਮਲੀਨ ਹੋ ਚੁੱਕੀ ਹੈ। ਇਹ ਮੈਲਾ ਹੋ ਚੁੱਕਿਆ ਹੈ, ਬੁੱਝ ਨਹੀਂ ਗਈ ਹੈ। ਜਿਸ ਤਰ੍ਹਾਂ ਕਈ ਵਾਰੀ ਦੱਸਿਆ ਹੈ ਕਿ ਜਿਸ ਤਰ੍ਹਾਂ ਉਹ ਲੈਂਪ ਦਾ ਸ਼ੀਸ਼ਾ ਜਿਹੜਾ ਆ, ਚਿਮਨੀ ਜਿਹੜੀ ਹੈ ਉਹਦੇ ਆਪਣੇ ਧੂਏ ਨਾਲ ਕਾਲੀ ਹੋ ਜਾਂਦੀ ਹੈ, ਚਾਨਣ ਬਾਹਰ ਆਉਣਾ ਬੰਦ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰ ਤੇ ਹਰ ਇੱਕ ਦੇ ਅੰਦਰ ਹੈਗੇ ਨੇ। ਹਰ ਇੱਕ ਨੂੰ ਅੰਦਰੋਂ ਸਤਿਗੁਰ ਆਵਾਜ਼ ਦਿੰਦੇ ਨੇ। ਜਦੋਂ ਅਸੀਂ ਕੋਈ ਮਾੜਾ ਕੰਮ ਕਰਦੇ ਹਾਂ ਜਾਂ ਮਾੜੇ ਵਾਲੇ ਪਾਸੇ ਤੁਰਦੇ ਹਾਂ ਤੇ ਸਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਉਹ ਜਿਹੜਾ ਸਤਿਗੁਰਾਂ ਨੇ ਸਾਨੂੰ ਵਿਵੇਕ ਦਿੱਤਾ ਆ, ਉਹ ਜ਼ਰੂਰ ਸਾਨੂੰ ਇੱਕ ਵਾਰੀ ਚੇਤੇ ਕਰਾਉਂਦਾ ਹੈ ਕਿ ਬਈ ਤੂੰ ਗੁਰੂ ਦਾ ਬੱਚਾ ਹੈ, ਕੀ ਕਰਦਾ ਪਿਆ, ਕਿਹੜੇ ਪਾਸੇ ਤੂੰ ਚੱਲਦਾ ਪਿਆ, ਕੀ ਇਹ ਕੰਮ ਤੈਨੂੰ ਸ਼ੋਭਾ ਦਿੰਦੇ ਨੇ। ਪਰ ਜਿਸ ਤਰ੍ਹਾਂ ਸਾਡਾ ਹਿੱਤ ਜਿਹੜਾ ਆ, ਹਿੱਤ ਜ਼ਿਆਦਾ ਜਿਹੜਾ ਉਹਨਾਂ ਨੇ ਕਿਹਾ ਕਿ ਅਗਿਆਨਤਾ ਦੇ ਨਾਲ ਹੈ। ਗੁਰੂ ਦੇ ਹਿੱਤ ਕਰਦਾ ਹੈ, ਸੱਚਾ ਕਰਦਾ ਹੈ, ਸਾਨੂੰ ਬਾਹਰ ਕੱਢਣਾ ਚਾਹੁੰਦਾ ਉਹਦੇ ਵਿੱਚੋਂ। ਜਿਸ ਤਰ੍ਹਾਂ ਮਾਂ ਬੱਚੇ ਨੂੰ ਨਵਾਉਂਦੀ ਹੈ, ਪਰ ਉਹਨੂੰ ਬੱਚੇ ਨੂੰ ਖੇਡ ਪਿਆਰੀ ਹੁੰਦੀ ਹੈ, ਉਹ ਬਾਰ-ਬਾਰ ਜਾ ਕੇ ਫਿਰ ਉੱਥੇ ਹੀ ਲੇਟਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਇਹ ਅਗਿਆਨਤਾ ਦੂਰ ਕਰਨੀ ਚਾਹੁੰਦੇ ਨੇ, ਪਰ ਉਹਨਾਂ ਦੇ ਵਚਨਾਂ ਦੇ ਨਾਲ ਹੀ ਸਾਡੀ ਅਗਿਆਨਤਾ ਦੂਰ ਹੋਏਗੀ। ਮੈਂ ਕਈ ਵਾਰੀ ਦੱਸਿਆ ਹੈ, ਮੈਂ ਕਈ ਵਾਰੀ ਕਹਿੰਦਾ ਰਹਿੰਦਾ ਕਿ ਜ਼ਰੂਰ ਅਸੀਂ ਟਾਈਮ ਜ਼ਰੂਰ ਕੱਢੀਏ। ਕਹਿੰਦੇ ਕਰਤ ਕਰਤ ਅਭਿਆਸ ਕੇ ਜੜ ਮਤ ਹੋਤ ਸਜਾਨ, ਜੋ ਰਸਰੀ ਕੇ ਆਵਤ ਜਾਵਤ ਸਰ ਪਏ ਪੜੇ ਨਿਸ਼ਾਨ। ਪੁਰਾਣੇ ਲੋਕ ਖੂਹ ਦੇ ਵਿੱਚੋਂ ਪਾਣੀ ਕੱਢਦੇ ਸੀ ਤੇ ਉਹ ਬਾਲਟੀ ਲਮਕਾਈ ਹੁੰਦੀ ਸੀ ਵਿੱਚ ਇਹਦਾ ਰੱਸੀ ਦੇ ਨਾਲ, ਤੇ ਰੋਜ਼ ਉਹਨੂੰ ਬਾਲਟੀ ਨੂੰ ਪਾਣੀ ਨਾਲ ਖਿੱਚਣਾ, ਤੇ ਉਹ ਜਿੱਥੇ ਖੜੇ ਹੋ ਕੇ ਖਿੱਚਦੇ ਸੀ, ਉਹ ਇੱਟ ਦੇ ਨਾਲ ਰੱਸੀ ਜਿਹੜੀ ਖਿੱਚਦੀ ਸੀ, ਉਹ ਰੋਜ਼ ਦੀ ਕਸਰ ਦੇ ਨਾਲ ਇੱਟ ਜਿਹੜੀ ਹੈ ਵੱਢੀ ਜਾਂਦੀ ਹੈ। ਜੇ ਅਸੀਂ ਉੱਦਾਂ ਰੱਸੀ ਲੈ ਕੇ ਇੱਟ ਵੱਢਣੀ ਚਾਹੀਏ ਤਾਂ ਨਹੀਂ ਵੱਢੀ ਜਾਂਦੀ, ਪਰ ਰੋਜ਼ ਦੇ ਆਉਣ ਜਾਣ ਨਾਲ, ਰੋਜ਼ ਦੇ ਅਭਿਆਸ ਦੇ ਨਾਲ ਉਹ ਇੱਟ ਦੇ ਵਿੱਚ ਵੀ ਐਂ ਵੱਢਾ ਪੈ ਜਾਂਦਾ ਪੂਰਾ।
ਅਸੀਂ ਜੇ ਯਤਨ ਕਰਾਂਗੇ ਤਾਂ ਗੱਲ ਤਾਂ ਫੇਰ ਹੀ ਬਣੇਗੀ ਨਾ। ਪਰ ਅਸੀਂ ਬਾਕੀ ਕੰਮਾਂ ਵਾਸਤੇ ਅਸੀਂ ਯਤਨ ਕਰਦੇ ਹਾਂ ਸਾਰਾ। ਜਿਹੜੇ ਔਗਣ ਨੇ ਜਾਂ ਦੂਸਰੇ ਕੰਮ ਨੇ ਉਹ ਆਪਣੇ ਆਪ ਤਾਂ ਨਹੀਂ ਹੋ ਜਾਂਦੇ। ਬਾਕੀ ਕੰਮਾਂ ਨਾਲ ਤਾਂ ਸਾਡਾ ਹਿੱਤ ਹੈ। ਕੋਈ ਵੀ ਅਸੀਂ ਕੰਮ ਕਰਦੇ ਹਾਂ, ਚੋਰੀ ਕਰਦੇ ਹਾਂ, ਯਾਰੀ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਉਹ ਆਪਣੇ ਆਪ ਕਿੱਥੋਂ ਕਿੱਦਾਂ ਹੋ ਗਏ? ਸਤਿਗੁਰਾਂ ਨੇ ਤਾਂ ਸਾਨੂੰ ਕੁਛ ਨਹੀਂ ਸਿਖਾਇਆ, ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਦੱਸੀ। ਪਰ ਮਨ ਦੇ ਸਵਾਦ ਨੇ, ਹਿੱਤ ਨੇ ਜਿਹੜਾ, ਉਹ ਸਾਨੂੰ ਖਿੱਚ ਕੇ ਉੱਧਰ ਨੂੰ ਖੜਦਾ ਹੈ। ਫਿਰ ਉਹੀ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ। ਲੇਕਿਨ ਫਿਰ ਅਸੀਂ ਉਹਦਾ ਦੋਸ਼ ਗੁਰੂ ਨੂੰ ਦਿੰਦੇ ਹਾਂ ਕਿ ਦੇਖੋ ਜੀ ਗੁਰੂ ਨੇ ਸਾਡੀ ਮਦਦ ਨਹੀਂ ਕੀਤੀ। ਗੁਰਮੁਖੀ ਕਈ ਵਾਰੀ ਫਰਮਾਉਣਾ ਕਿ ਗੁਰੂ ਕੀ ਕਰੇ, ਉਹ ਦਇਆ ਕਰਦੇ ਨੇ, ਉਹ ਮਦਦ ਕਰਦੇ ਨੇ, ਮਦਦ ਦਿੰਦੇ ਨੇ ਉਹ। ਪਰ ਉਹਨੂੰ ਫਰਮਾਇਆ ਕਿ ਮਾਧੋ ਅਵਿਦਿਆ ਹਿਤ ਕੀਨ। ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ, ਇਹ ਵਿਦਿਆ ਤੂੰ ਬੜੀ ਅਵਿਦਿਆ, ਤੂੰ ਸੰਤਨ ਕੀ ਕਦਰ ਨਾ ਜਾਣੀ। ਇਸੇ ਤਰ੍ਹਾਂ ਹੀ ਅਸੀਂ ਆਪਣਾ ਜਿਹੜਾ ਮਨ ਜਿਹੜਾ ਆ ਉਹਦੇ ਉੱਤੇ ਮੈਲ ਚੜਾਈ ਜਾਂਦੇ ਹਾਂ ਔਰ ਆਪਣੇ ਮਨ ਦੇ ਵਿੱਚ ਜਿੱਥੇ ਸਾਨੂੰ ਚਾਹੀਦਾ, ਹਿੱਤ ਚਾਹੀਦਾ ਆ, ਗੁਰੂ ਸੱਚਾ ਹਿੱਤ ਕਰਦਾ, ਹੋਰ ਦੁਨੀਆ ਤੇ ਕੋਈ ਕਰਦਾ ਨਹੀਂ। ਅਸੀਂ ਮੰਨਦੇ ਵੀ ਇਸ ਚੀਜ਼ ਨੂੰ, ਕਹਿੰਦੇ ਵੀ ਹਾਂ। ਕੋਈ ਕਿਤੇ ਵੀ ਜਾਂਦਾ, ਕਿਸੇ ਨੂੰ ਵੀ ਮੰਨਦਾ, ਕੋਈ ਭਾਵੇਂ ਵਾਹਿਗੁਰੂ ਕਹਿੰਦਾ ਹੈ, ਚਾਹੇ ਗੌਡ ਕਹਿੰਦਾ ਹੈ, ਅੱਲਾ ਕਹਿੰਦਾ ਹੈ, ਰੱਬ ਕਹਿੰਦਾ ਹੈ, ਪਰਮਾਤਮਾ ਕਹਿੰਦਾ ਹੈ, ਕੁਛ ਵੀ ਕਹੇ, ਪਰ ਉਹਨੂੰ ਇੰਨਾ ਤੇ ਉਹ ਯਕੀਨ ਰੱਖਦਾ ਹੈ ਕਿ ਠੀਕ ਹੈ ਵੀ ਉਹੀ ਮੇਰਾ ਆਪਣਾ ਹੈ। ਪਰ ਫਿਰ ਵੀ ਮੰਨਦਾ ਨਹੀਂ, ਕਹਿੰਦਾ ਜ਼ਰੂਰ ਹੈ, ਮੰਨਦਾ ਨਹੀਂ ਉਸ ਚੀਜ਼ ਨੂੰ। ਤੇ ਸਤਿਗੁਰਾਂ ਦੇ ਬਚਨ ਜਿਹੜੇ ਨੇ ਉਹ ਸਾਨੂੰ ਹੌਲੀ ਹੌਲੀ ਕਰਦਿਆਂ ਉਹ ਉਸ ਪਾਸੇ ਚਲਾ ਲੈਂਦੇ ਨੇ। ਪਰ ਇਹ ਹੈ ਕਿ ਸਤਿਗੁਰਾਂ ਦੇ ਬਚਨ ਮੰਨੀਏ। ਜਿਸ ਤਰ੍ਹਾਂ ਗੁਰੂਆਂ ਨੂੰ ਫਰਮਾਉਣਾ ਕਿ ਉੱਠਦਿਆਂ ਸਾਰ ਹੀ ਅੰਮ੍ਰਿਤ ਵੇਲਾ ਕਿਹਾ, ਜਿਸ ਤਰ੍ਹਾਂ ਜਾਂ ਸੁੱਤੇ ਉੱਠਦਿਆਂ ਸਾਰ ਉਹਨਾਂ ਨੇ ਕਹਿਣਾ ਕਿ ਵੀ ਜਦੋਂ ਵੀ ਅਸੀਂ ਉੱਠਦੇ ਹਾਂ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕਰੀਏ। ਹਾਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲਕੇ ਉੱਠ ਹਰ ਨਾਮ ਤੇ ਆਏ। ਲੇਕਿਨ ਅਸੀਂ ਉੱਠਦਿਆਂ ਸਾਰ ਹੀ ਆਪਣੇ ਜੋ ਸਾਡੇ ਨਿਸ਼ਾਨੇ ਹੁੰਦੇ ਨੇ, ਔਗਣ ਜਿਹੜੇ ਹੁੰਦੇ ਆ, ਜੋ ਅਸੀਂ ਕਰਨਾ ਆ, ਉਧਰ ਨੂੰ ਹੀ ਅਸੀਂ ਤੁਰਦੇ ਹਾਂ। ਛੋਟੇ ਛੋਟੇ ਹੁਕਮ ਲਗਾਏ ਸਤਿਗੁਰਾਂ ਨੇ ਸਾਨੂੰ ਕਿ ਬਈ ਬਾਣੀ ਰੋਜ਼ ਪੜ੍ਹੋ, ਜਾਂ ਕੋਈ ਗ੍ਰੰਥ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਈ ਕੋਈ ਅੱਛੇ ਉਹਨਾਂ ਦਾ ਸਵਾਧਿਆਇ ਕਰੋ, ਜਾਂ ਸਤਿਗੁਰਾਂ ਦੇ ਕੋਈ ਸਤਸੰਗ ਨੇ ਉਹ ਸੁਣੋ, ਸਿਮਰਨ ਤੇ ਰੋਜ਼ ਬੈਠੋ। ਜਦੋਂ ਕੋਈ ਬਿਮਾਰੀ ਹੁੰਦੀ ਹੈ, ਜਦੋਂ ਕੋਈ ਦੁੱਖ ਹੁੰਦਾ ਹੈ, ਉਦੋਂ ਅਸੀਂ ਦਵਾਈ ਛੱਡਦੇ ਹਾਂ ਕਿ ਦਵਾਈ ਅਸੀਂ ਖਾਂਦੇ ਹਾਂ ਜ਼ਿਆਦਾ? ਜਦੋਂ ਕੋਈ ਬਿਮਾਰੀ ਆਉਂਦੀ ਹੈ, ਕੋਈ ਇਸ ਤਰ੍ਹਾਂ ਦਾ ਕੋਈ ਸਾਨੂੰ ਤਕਲੀਫ ਆਉਂਦੀ ਹੈ, ਤਾਂ ਸਗੋਂ ਅਸੀਂ ਦਵਾਈ ਖਾਣੀ ਸ਼ੁਰੂ ਕਰਦੇ ਹਾਂ। ਲੇਕਿਨ ਕਾਲ ਦਾ ਇੰਨਾ ਜ਼ੋਰ ਹੈ, ਉਦੋਂ ਇੱਥੇ ਉਲਟ ਕੰਮ ਚੱਲ ਪੈਂਦਾ ਹੈ। ਜਦੋਂ ਕੋਈ ਦੁੱਖ ਹੁੰਦਾ ਹੈ ਐਸਾ, ਮਨ ਸਗੋਂ ਪਲਟਾ ਕੇ ਦੂਸਰੇ ਪਾਸੇ ਮਾਰਦਾ ਹੈ। ਉਦੋਂ ਬਚਣਾ ਤੋਂ ਸਾਨੂੰ ਹੋਰ ਪਰੇ ਕਰ। ਜਦੋਂ ਕਰਮ ਐਸਾ ਕੋਈ ਆਉਂਦਾ ਮੈਲਾ, ਤੇ ਉਦੋਂ ਅਸੀਂ ਉਸ ਤੋਂ ਦੂਰ ਹੋ ਜਾਂਦੇ ਹਾਂ। ਇਸ ਕਰਕੇ ਪਹਿਲਾਂ ਤਾਂ ਸਾਨੂੰ ਇਸ ਚੀਜ਼ ਦਾ ਯਕੀਨ ਆਵੇ ਕਿ ਸਤਿਗੁਰਾਂ ਦੀ ਹਾਜ਼ਰੀ ਕਿਉਂ ਜ਼ਰੂਰੀ ਹੈ। ਸਤਸੰਗ ਸੁਣਨਾ, ਬਾਣੀ ਪੜ੍ਹਨਾ, ਕੁਛ ਵੀ ਜਿਹੜੀ ਹੈ ਜ਼ਰੂਰੀ ਕਿਉਂ ਹੈ? ਕਿਉਂਕਿ ਬਹੁਤ ਲੋਕਾਂ ਦੇ ਵਿਚਾਰ ਨੇ ਐਸੇ ਕਿ ਕੀ ਜ਼ਰੂਰੀ ਹੈ? ਜੋ ਹੋਣਾ ਹੈ ਉਹ ਤਾਂ ਹੋਣਾ ਹੀ ਹੈ। ਆਮ ਸਾਡਾ ਕਰਨ ਤੇ ਜੋ ਹੋਣਾ ਹੈ ਉਹ ਹੋਣਾ ਹੀ ਹੈ। ਪਰ ਸਤਿਗੁਰ ਸਾਨੂੰ ਰਸਤਾ ਦੱਸਦੇ ਨੇ, ਹੈਗਾ ਇਹ ਸਭ ਕੁਛ ਠੀਕ ਹੈ। ਉਹ ਕਰਮ ਤੇ ਆਪਣਾ ਜ਼ੋਰ ਪਾਉਂਦਾ ਹੀ ਹੈ, ਸਭ ਕੁਛ ਕਰਦਾ ਹੈ, ਪਰ ਸਤਿਗੁਰ ਵੀ ਵਿਦਿਆ ਕਰਦੇ ਨੇ, ਉਹ ਸਾਨੂੰ ਕੱਢਣ ਵਾਸਤੇ ਆਏ ਨੇ, ਇੱਕ ਰਸਤਾ ਦੱਸਦੇ ਨੇ ਜ਼ਰੂਰ ਸਾਨੂੰ। ਇਸ ਕਰਕੇ ਮੈਂ ਕਿਹਾ ਕਿ ਅਗਿਆਨਤਾ ਦੇ ਨਾਲ ਅਸੀਂ ਆਪਣਾ ਹਿੱਤ ਨਾ ਕਰੀਏ, ਗੁਰੂ ਦੇ ਨਾਲ ਹਿੱਤ ਕਰੀਏ ਜਿਹੜਾ ਸਾਡਾ ਹਿੱਤ ਕਰ ਰਿਹਾ ਸੱਚਾ। ਜਿਹੜੀ ਅਗਿਆਨਤਾ ਦੇ ਵੱਸ ਹੋ ਕੇ ਅਸੀਂ ਕੰਮ ਕਰ ਰਹੇ ਹਾਂ, ਉਹ ਸਾਨੂੰ ਖਿੱਚ ਕੇ ਨਰਕਾਂ 'ਚ ਲੈ ਜਾਂਦੇ ਨੇ। ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲ ਕੇ ਹੀ ਇਸ 'ਚੋਂ ਅਸੀਂ ਬਾਹਰ ਨਿਕਲ ਸਕਦੇ ਹਾਂ। ਹਾਂਜੀ। ਮਾਧੋ ਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਤ੍ਰਿਗਦ ਜੋਨ ਅਚੇਤ ਸੰਭਵ, ਪੁੰਨ ਪਾ
ਪਾਪ ਅਸੋਚ ਹਾਂਜੀ ਮਨੁੱਖਾ ਅਵਤਾਰ ਦੁਲਬ ਤੇਹੀ ਸੰਗਤ ਪੋਚ। ਹੁਣ ਸਾਨੂੰ ਉਹਨਾਂ ਜੋਨੀਆਂ ਬਾਰੇ ਦੱਸ ਰਹੇ ਨੇ ਕਿ ਜਿਨ੍ਹਾਂ ਤੋਂ ਅਸੀਂ ਥੱਲੇ ਗਿਰੇ ਪਏ ਹਾਂ। ਹੈ ਤੇ ਬਾਹਰਲੇ ਤੌਰ ਤੇ ਉਹ ਜੋਨੀਆਂ ਜਿਹੜੀਆਂ ਨੇ ਸਾਡੇ ਤੋਂ ਥੱਲੇ ਨੇ, ਪਰ ਉਹ ਫਿਰ ਵੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਆਪਣਾ ਜੋ ਜਿਸ ਤਰ੍ਹਾਂ ਉਹਨਾਂ ਨੂੰ ਪ੍ਰਮਾਤਮਾ ਚਲਾ ਰਿਹਾ ਉਹ 'ਤੇ ਚੱਲ ਰਹੇ ਨੇ, ਉਹ ਤੋਂ ਵੱਧ ਨਹੀਂ ਕੁਛ ਵੀ। ਲੇਕਿਨ ਸਾਡੀ ਬੁੱਧ ਜਿਹੜੀ ਹੈ ਸਾਨੂੰ ਹੋਰ ਹੀ ਪਾਸੇ ਲਿਜਾਈ ਜਾ ਰਹੀ ਹੈ। ਉਹ ਕਿਹਾ ਕਿ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਤ੍ਰਿਗਦ ਜੋਨ ਜਿਹੜੀ ਇਹ ਜਿਹੜੀ ਜਾਨਵਰ ਨੇ ਜਿਹੜੇ ਟੇਢੇ ਹੋ ਕੇ ਚੱਲਦੇ ਨੇ, ਜਿਹੜੇ ਉਹਨਾਂ ਦੀ ਗੱਲ ਕਰਦੇ ਪਏ ਨੇ। ਕਹਿੰਦੇ ਕਿ ਉਹਨਾਂ ਦੀ ਜਿਹੜੀ ਆ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ, ਕਿ ਉਹਨਾਂ ਨੂੰ ਤੇ ਸਤਿਗੁਰਾਂ ਨੇ ਜਿੱਥੇ ਰੱਖਿਆ ਏ ਉਹਨਾਂ ਦਾ ਤਾਂ ਕੋਈ ਵਾਸ ਹੀ ਨਹੀਂ ਇਹਨਾਂ ਚੀਜ਼ਾਂ ਦੇ। ਇਸ ਤੋਂ ਉਹ ਬੇਖਬਰ ਨੇ। ਉਹਨਾਂ ਨੂੰ ਨਹੀਂ ਪਾਪ ਦਾ ਪਤਾ, ਉਹਨਾਂ ਨੂੰ ਨਹੀਂ ਪੁੰਨ ਦਾ ਪਤਾ। ਉਹਨਾਂ ਦੇ ਵਿੱਚ ਉਹ ਜਿਹੜੀ ਸੋਚ ਪਾਈ ਨਹੀਂ ਉਹਨਾਂ ਨੇ, ਉਹਦੇ ਤੋਂ ਪਰੇ ਨੇ। ਉਹਨਾਂ ਨੂੰ ਨਹੀਂ ਪਤਾ ਉਹ ਜਾਨਵਰ, ਇੱਕ ਜਾਨਵਰ ਦੂਸਰੇ ਨੂੰ ਮਾਰਦਾ ਹੈ, ਖਾਂਦਾ ਹੈ, ਇੱਕ ਦੂਜੇ ਨੂੰ ਤੰਗ ਕਰਦਾ ਹੈ, ਆਪਣਾ ਹੀ ਸੋਚਦਾ ਹੈ ਹਰ ਵੇਲੇ ਕਿ ਮੇਰਾ ਜੋ ਕਿੱਦਾਂ ਭਲਾ ਹੋਵੇ। ਲੇਕਿਨ ਅੱਗੇ ਸੁਣਾਇਆ ਕਿ ਮਨੁੱਖਾ ਅਵਤਾਰ ਦੁਰਲਭ ਇਹੀ ਸੰਗਤ ਪੋਚ। ਕਹਿੰਦੇ ਪਰ ਸਾਨੂੰ ਮਨੁੱਖ ਨੂੰ ਇਹ ਜਿਹੜਾ ਦੇਹ ਮਿਲੀ ਹੈ ਬੜੀ ਦੁਰਲਭ ਹੈ। ਸਾਨੂੰ ਤਾਂ ਸਮਝ ਦਿੱਤੀ ਹੈ, ਸਾਨੂੰ ਉਹਨਾਂ ਨੇ ਤਾਂ ਹਰ ਤਰ੍ਹਾਂ ਉਹਨਾਂ ਨੇ ਗਿਆਨ ਦਿੱਤਾ ਹੈ ਕਿ ਬਈ ਇਹ ਮਨੁੱਖ ਜਨਮ ਕਾਹਦੇ ਵਾਸਤੇ ਮਿਲਿਆ ਹੈ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ। ਉਹ ਤਾਂ ਉਸ ਨੂੰ ਖਾਣਾ ਪੀਣਾ ਤੇ ਜਿਹੜਾ ਆਪਣਾ ਉਹ ਜੋ ਵੀ ਉਹ ਭੋਗ ਨੇ ਉਹੀ ਉਹਨਾਂ ਦਾ ਜੀਵਨ ਹੈ। ਪਰ ਸਾਨੂੰ ਜਨਮ ਮਿਲਿਆ, ਸਾਨੂੰ ਦਿਮਾਗ ਮਿਲਿਆ ਹੈ, ਸਾਨੂੰ ਸਤਿਗੁਰਾਂ ਨੇ ਸੋਚ ਦਿੱਤੀ ਹੈ, ਸਾਨੂੰ ਸਮਝਾਉਂਦੇ ਨੇ। ਪਰ ਲੇਕਿਨ ਕਹਿੰਦੇ ਕਿ ਅਸੀਂ ਵੀ ਇਹਦੀ ਕੋਈ ਕਦਰ ਨਹੀਂ ਕੀਤੀ। ਮਨੁੱਖ ਜਨਮ ਦੀ ਕੋਈ ਕਦਰ ਨਹੀਂ ਕੀਤੀ। ਉਲਟੇ ਜਾਨਵਰਾਂ ਵਾਲੇ ਹੀ ਕੰਮ ਜਿਹੜੇ ਆ ਉਹ ਅਸੀਂ ਕਰੀ ਜਾ ਰਹੇ। ਜਿਸ ਤਰ੍ਹਾਂ ਉਹ ਖਾਂਦੇ ਪੀਂਦੇ ਨੇ ਉਸੇ ਤਰ੍ਹਾਂ ਅਸੀਂ ਖਾਣ ਪੀਣ ਨੂੰ ਜੀਵਨ ਸਮਝਿਆ। ਜਿਸ ਤਰ੍ਹਾਂ ਉਹ ਬੱਚਿਆਂ ਨਾਲ ਜਨਮ ਦਿੰਦੇ ਨੇ ਉਸੇ ਤਰ੍ਹਾਂ ਅਸੀਂ ਬੱਚਿਆਂ ਨੂੰ ਜਨਮ ਦਿੰਦੇ ਹਾਂ। ਜਿਸ ਤਰ੍ਹਾਂ ਉਹ ਬੱਚਿਆਂ ਨਾਲ ਆਪਣਿਆਂ ਨਾਲ ਮੋਹ ਕਰੀ ਜਾਂਦੇ ਆ, ਅਸੀਂ ਵੀ ਮੋਹ ਕਰੀ ਜਾਂਦੇ ਹਾਂ। ਇਸ ਤੋਂ ਇਲਾਵਾ ਉਹਨਾਂ ਨੂੰ ਵੀ ਹੋਰ ਕੋਈ ਚੀਜ਼ ਦਾ ਨਹੀਂ ਪਤਾ। ਅਸੀਂ ਵੀ ਉਹਨਾਂ ਚੀਜ਼ਾਂ ਨੂੰ ਬਾਕੀਆਂ ਨੂੰ ਭੁੱਲ ਗਏ। ਠੀਕ ਹੈ, ਸਤਿਗੁਰਾਂ ਨੇ ਫਰਮਾਇਆ ਕਿ ਸਾਰੇ ਕੰਮ ਕਰਨੇ ਨੇ। ਕੋਈ ਇਹ ਨਹੀਂ ਉਹਨੇ ਕਿਹਾ ਕਿ ਕੰਮ ਕਾਰ ਛੱਡ ਦੇਣੇ ਨੇ ਜਾਂ ਨਹੀਂ, ਕੋਈ ਘਰ-ਬਾਰ ਛੱਡ ਦੇਣਾ ਹੈ ਜਾਂ ਖਾਣਾ ਪੀਣਾ ਛੱਡ ਦੇਣਾ, ਵਰਤ ਰੱਖਣੇ ਨੇ। ਇਹਨਾਂ ਚੀਜ਼ਾਂ ਤੋਂ ਸੰਤ ਮਤ ਦੇ ਵਿੱਚ ਮਨਾਹੀ ਕੀਤੀ ਉਹਨਾਂ ਨੇ। ਲੇਕਿਨ ਫਿਰ ਵੀ ਉਹਨੇ ਇੱਕ ਜੀਵਨ ਜਾਚ ਦੱਸੀ ਹੈ। ਉਹਨੇ ਕਿਹਾ ਕਿ ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾ ਹੀ ਨਿਸ਼ਾਨੇ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਉਹਦੀਆਂ ਜੜ੍ਹਾਂ ਹੁੰਦੀਆਂ ਨੇ, ਪਰ ਆਪ ਪਾਣੀ ਤੋਂ ਬਾਹਰ ਹੀ ਰਹਿੰਦਾ, ਵੱਖਰਾ ਰਹਿੰਦਾ। ਉਹ ਜਿਹੜਾ ਚਿੱਕੜ ਆ ਉਹਦੇ ਉੱਤੇ ਅਸਰ ਨਹੀਂ ਕਰਦਾ ਕੋਈ ਵੀ। ਮੁਰਗਾਬੀ ਆ ਉਹ ਵੀ ਆਪ ਪਾਣੀ ਤੋਂ ਬਾਹਰ ਰਹਿੰਦੀ ਹੈ, ਪਰ ਉਹਦਾ ਭੋਜਨ ਜਿਹੜਾ ਪਾਣੀ ਦੇ ਵਿੱਚ ਹੈ। ਉਹ ਮੱਛੀ ਡੱਡੂ ਜੋ ਵੀ ਫੜਨ ਵਿੱਚ ਜਾਂਦੀ ਹੈ ਪਾਣੀ ਦੇ ਵਿੱਚ, ਪਰ ਆਪਣੇ ਖੰਭਾਂ ਨੂੰ ਇੰਨਾ ਕੱਸ ਕੇ ਉਹਨੇ ਘੁੱਟਿਆ ਹੁੰਦਾ ਹੈ, ਪਾਣੀ ਦੇ ਵਿੱਚ ਥੱਲੇ ਗੋਤਾ ਲਾ ਕੇ ਜਾਂਦੀ ਹੈ, ਆਪਣਾ ਸ਼ਿਕਾਰ ਫੜਦੀ ਹੈ, ਸੁੱਕੇ ਪਰਾਂ ਨੂੰ ਫਿਰ ਉੱਡ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਜੀਵਨ 'ਚ ਵੀ ਬੜੀਆਂ ਨੌਕਰੀਆਂ, ਦੁਕਾਨਦਾਰੀਆਂ, ਬੜੇ ਕੰਮਕਾਰ ਐਸੇ ਨੇ ਜਿਹਦੇ ਵਿੱਚ ਕਈ ਐਸੇ ਉਤਾਰ ਚੜਾਵ ਹੈਗੇ ਨੇ। ਕੰਮ ਅਸੀਂ ਸਾਰੇ, ਇਹ ਨਹੀਂ ਕਿ ਕੰਮ ਛੱਡ ਦਿੰਦੇ, ਕੰਮ ਸਾਰੇ ਹੀ ਕਰਨੇ ਨੇ, ਲੇਕਿਨ ਆਪਣੇ ਆਪ ਨੂੰ ਉਹ 'ਚ ਲਿਬੜਨ ਨਹੀਂ ਦੇਣਾ। ਰੋਟੀ ਪਾਣੀ ਤੇ ਹੁਣ ਕਮਾਉਣਾ, ਖਾਣਾ ਹੈ, ਸਭ ਕੁਛ ਕਰਨਾ ਹੈ, ਪਰ ਇਹ ਨਹੀਂ ਕਿ ਆਪਣਾ ਜਿਹੜਾ ਨਿਸ਼ਾਨਾ ਭੁੱਲ ਜਾਣਾ ਉਹਦੇ ਵਿੱਚ। ਇਸ ਕਰਕੇ ਦੱਸਦੇ ਨੇ ਕਿ ਜਿਹੜਾ ਮਨੁੱਖ ਨੂੰ ਇਹ ਜਿਹੜੀ ਦੇਹ ਮਿਲੀ ਹੈ ਇਹ ਬੜੀ ਭਾਗਾਂ ਨਾਲ ਮਿਲੀ ਹੈ। ਜਿਸ ਕੰਮ ਵਾਸਤੇ ਮਿਲੀ ਹੈ ਉਹਨੂੰ ਨਾ ਇਹ ਭੁੱਲੇ। ਜਾਨਵਰਾਂ ਵਿੱਚ ਵੱਲ ਨਾ ਵੇਖੇ। ਜਾਨਵਰ ਤੇ ਬਈ ਉਹ ਜਿਸ ਤਰ੍ਹਾਂ ਦਾ ਮਾਲਕ ਨੇ ਉਹਨਾਂ ਨੂੰ ਪੈਦਾ ਕੀਤਾ ਹੈ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕੁਛ ਵੀ। ਉਹ ਆਪਣਾ ਜੀਵਨ ਜੀ ਰਹੇ ਨੇ ਜਦੋਂ ਉਹਨਾਂ ਦੀ ਮਿਹਰ ਹੋਏਗੀ। ਪਰ ਸਾਨੂੰ ਤੇ ਉਹਨਾਂ ਨੇ ਦਇਆ ਮਿਹਰ ਕੀਤੀ ਹੈ ਕਰਕੇ ਸਾਨੂੰ ਤੇ ਇਹ ਜਿਹੜੀ ਨਰ ਨਾਰਾਇਣੀ ਜਿਹੜੀ ਦੇਹ ਦੇ ਦਿੱਤੀ ਹੈ, ਹੁਣ ਦੇ ਦਿੱਤੀ ਹੈ ਸਾਨੂੰ। ਨਾਲ ਜਿਹੜਾ ਹੈ ਆਕਾਸ਼ ਤੱਤ ਜਿਹੜਾ ਦਿਮਾਗ ਦਿੱਤਾ ਹੈ, ਸੋਚਣ ਸਮਝਣ ਦੀ ਸਾਨੂੰ ਸ਼ਕਤੀ ਦਿੱਤੀ ਹੈ। ਉਹ ਸੋਚ ਸਮਝ ਨਾਲ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਵਿਚਾਰ ਕਰਕੇ ਅਸੀਂ ਆਪਣਾ ਜੀਵਨ ਜਿਹੜਾ ਆ ਉਹਨੂੰ ਬਦਲੀਏ। ਹਾਂਜੀ। ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ
ਮਨੁੱਖਾ ਅਵਤਾਰ ਦੁਲਬ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਾਗ ਕਰਮ ਕੇ ਵਸ ਜਾਏ ਕਾਲ ਫਾਸ ਅਬਦ ਲਾਗੇ ਕਛੂ ਨਾ ਚੱਲੇ ਉਪਾਏ। ਠੀਕ ਹੈ, ਇਹ ਕਰਮ ਭੂਮੀ ਹੈ। ਇੱਥੇ ਅਸੀਂ ਕਰਮਾਂ ਨੂੰ ਭੋਗਣ ਵਾਸਤੇ ਹੀ ਆਏ ਹਾਂ, ਪਰ ਇਸ ਚੀਜ਼ ਨੂੰ ਵੀ ਤਾਂ ਯਾਦ ਰੱਖੀਏ ਕਿ ਕਰਮ ਭੋਗਣ ਤੇ ਆਏ ਆ, ਤੇ ਕੀ ਇਹ ਭੋਗ ਭੋਗ ਕੇ ਖਤਮ ਹੋਣਗੇ? ਸਤਿਗੁਰ ਕਾਹਦੇ ਵਾਸਤੇ ਆਉਂਦੇ ਨੇ ਇੱਥੇ? ਉਹ ਕਾਹਦੇ ਵਾਸਤੇ ਅਵਤਾਰ ਧਾਰਨ ਕਰਦੇ ਨੇ? ਕਾਹਦੇ ਵਾਸਤੇ ਉਹ ਬਾਣੀਆਂ ਰਚਦੇ ਨੇ? ਸਾਨੂੰ ਕੱਢਣ ਵਾਸਤੇ ਆਉਂਦੇ ਨੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜੀ ਜੰਤ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਂਸ ਅਬਦ ਲਾਗੇ ਕਛੂ ਨਾ ਚੱਲੇ ਉਪਾਏ। ਕਹਿੰਦੇ ਜਦੋਂ ਇਹ ਜੀਵ ਜਿਹੜਾ ਆ ਸਤਿਗੁਰਾਂ ਦੇ ਬਚਨਾਂ ਨੂੰ ਛੱਡ ਕੇ ਆਪਣੇ ਹੀ ਉਹ ਅਗਿਆਨਤਾ ਦੇ ਵੱਸ ਹੋ ਕੇ ਜਿਹੜਾ ਕਰਮ ਕਰੀ ਜਾਂਦਾ ਆ, ਤੇ ਇਹ ਕਰਮਾਂ ਦੇ ਜਾਲ 'ਚ ਹੋਰ ਫਸਦਾ ਜਾਂਦਾ ਹੈ। ਇਹ ਕਦੀ ਇਹ 'ਚੋਂ ਛੁੱਟੇਗਾ ਨਹੀਂ ਕਦੀ ਵੀ। ਕਹਿੰਦਾ ਕਾਲ ਫਾਸ ਅਵਧ ਲਾਗੇ ਕਛੂ ਨਾ ਚੱਲੇ ਉਪਾਏ। ਬੜੇ ਉਪਾਅ ਕਰਦਾ ਹੈ, ਕੋਈ ਆਪਣੇ ਹਿਸਾਬ ਨਾਲ ਕੰਮ ਕਰੀ ਜਾਂਦਾ ਕਿ ਚੱਲ ਠੀਕ ਹੈ ਆਹ ਕੰਮ ਕਰਕੇ ਆਹ ਇੱਦਾਂ ਕਰ ਦਾਂਗੇ। ਕੋਈ ਕਿਸੇ ਨਾਲ ਹਿੱਤ ਕਰੀ ਜਾਂਦਾ ਹੈ, ਕੋਈ ਕਿਸੇ ਨਾਲ ਲੜੀ ਜਾਂਦਾ ਹੈ, ਕੋਈ ਕੁਛ ਕਰੀ ਜਾਂਦਾ ਹੈ, ਕੋਈ ਦਾਨ ਪੁੰਨ 'ਚ ਲੱਗਾ ਹੈ, ਕੋਈ ਹੋਰ ਕੋਈ ਪੂਜਾ ਪਾਠ ਦੇ ਵਿੱਚ ਲੱਗਾ ਹੈ। ਪਰ ਸਤਿਗੁਰਾਂ ਨੇ ਸਾਫ਼ ਹੀ ਫਰਮਾ ਦਿੱਤਾ ਕਿ ਬਈ ਇਹ ਜਿੰਨੇ ਵੀ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਕਰਮਾਂ ਦੇ ਜਾਲ 'ਚੋਂ ਛੁਡਾ ਨਹੀਂ ਸਕਦੀਆਂ। ਹੋਰ ਸਗੋਂ ਫਸਦੇ ਜਾਂਦੇ ਇਹਨਾਂ ਚੀਜ਼ਾਂ ਦਾ ਮਾਣ ਹੰਕਾਰ, ਕਈ ਚੀਜ਼ਾਂ ਸਾਡੇ ਮਨ 'ਚ ਆਈ ਜਾਂਦੀਆਂ ਨੇ, ਅਸੀਂ ਹੋਰ ਫਸਦੇ ਜਾਂਦੇ ਹਾਂ। ਬੜੇ ਬੜੇ ਲੋਕ ਰਿਸ਼ੀ ਮੁਨੀ ਜਿਹੜੇ ਆ ਤਪ ਕਰਦੇ ਨੇ, ਤਪੱਸਿਆ ਕਰਦੇ ਨੇ, ਕਈ ਕੁਛ ਉਹ ਸਗੋਂ ਹੋਰ ਮਨ ਦੇ ਵਿੱਚ ਜਿੰਨਾ ਜਿੰਨਾ ਸਾਡੇ ਉਹ ਗਿਆਨ ਆਉਂਦਾ ਹੈ ਉਨੇ ਹੀ ਭਰਮ ਜਿਹੜੇ ਆ ਹੋਰ ਵਧੀ ਜਾਂਦੇ ਨੇ। ਮਨ ਕੋਈ ਇਹ ਨਹੀਂ ਕਿ ਕੋਈ ਪਹਿਲਾਂ ਕਈ ਵਾਰੀ ਦੱਸਿਆ ਕਿ ਜਿੰਨੇ ਲੋਕ ਸਿੱਧੇ ਸਾਦੇ ਭੋਲੇ ਉਨੇ ਜਲਦੀ ਸਤਿਗੁਰਾਂ ਦੀ ਦਇਆ ਪ੍ਰਾਪਤ ਕੀਤੀ। ਚਲੋ ਮਨ ਦੇ ਵਿੱਚ ਹਰ ਇੱਕ ਦੇ ਜੀਵ ਕੁਝ ਨਾ ਕੁਛ ਆਉਂਦਾ ਹੈ, ਪਰ ਅਸੀਂ ਦੇਖੀਏ ਕਿ ਸਤਿਗੁਰ ਦਇਆ ਨਹੀਂ ਕਰਦੇ। ਦੱਸਦੇ ਨੇ ਕਹਿੰਦੇ ਫਰੀਦ ਸਾਹਿਬ ਜਦੋਂ ਪਹਿਲੀ ਵਾਰੀ ਠੀਕ ਹੈ ਪਰਮਾਤਮਾ ਵੱਲ ਲਗਨ ਹੈਗੀ ਸੀ ਉਹਨਾਂ ਦੀ, ਤੇ ਗੁਰੂ ਵਾਸਤੇ ਤੋਂ ਗਏ, ਤੇ ਉਸ ਟਾਈਮ ਦੇ ਉੱਤੇ ਕੋਈ ਇਸ ਤਰ੍ਹਾਂ ਕਿ ਨਾਮ ਸੀ ਖਵਾਜਾ ਚਿਸ਼ਤੀ ਸ਼ਾਇਦ ਉਹਨਾਂ ਦਾ, ਇਸ ਤਰ੍ਹਾਂ ਦੀ ਉਹਨਾਂ ਦਾ ਨਾਮ ਸੁਣਿਆ ਤੇ ਉਹਨਾਂ ਵੱਲ ਨੂੰ ਚੱਲ ਪਏ। ਰਿੱਧੀਆਂ ਸਿੱਧੀਆਂ ਤੇ ਭਗਤੀ ਤਾਂ ਪਹਿਲਾਂ ਹੀ ਕਰਦੇ ਪਏ ਸੀ, ਪਰ ਇੱਕ ਪਤਾ ਲੱਗ ਗਿਆ ਕਿ ਇਸ ਤੋਂ ਅੱਗੇ ਤੇ ਮੈਂ ਜਾ ਹੀ ਨਹੀਂ ਰਿਹਾ। ਤੇ ਜਦੋਂ ਉਹਨਾਂ ਕੋਲ ਉਹਨਾਂ ਨੂੰ ਮਿਲਣ ਵਾਸਤੇ ਅਜਮੇਰ ਦੇ ਵਿੱਚ ਰਹਿੰਦੇ ਸੀ, ਉੱਥੇ ਗਏ ਤੇ ਉੱਥੇ ਜਾ ਕੇ ਕੀ ਦੇਖਦੇ ਆ ਕਿ ਉਹ ਖਵਾਜਾ ਜਿਹੜੇ ਸੀ ਇਸ ਤਰ੍ਹਾਂ ਕਿ ਦਰਖਤ ਦੇ ਨਾਲ ਢੋ ਲਾ ਕੇ ਤੇ ਇਸ ਤਰ੍ਹਾਂ ਬੈਠੇ ਪਏ ਨੇ। ਦਰਖਤ ਜਿਹੜਾ ਸੁੱਕਾ ਪਿਆ ਹੈ, ਕੋਈ ਪੱਤਾ ਨਹੀਂ ਉੱਤੇ, ਐਂ ਬਿਲਕੁਲ ਸੁੱਕਾ ਦਰਖਤ ਹੈ। ਤੇ ਮਨ 'ਚ ਸ਼ੰਕਾ ਆਈ ਕਿ ਇੰਨੇ ਪੂਰਨ ਸੰਤ ਹੋਣ, ਇਸ ਤਰ੍ਹਾਂ ਹੋਣ, ਤੇ ਉਹ ਵੀ ਆਸਰਾ ਲੈ ਕੇ ਦਰਖਤ ਦਾ ਬੈਠੇ ਪਏ ਨੇ, ਉਹ ਵੀ ਸੁੱਕਾ ਪਿਆ ਵਾ। ਮਨ ਦੇ ਵਿੱਚ ਉਹੀ ਆਪਣੀਆਂ ਜਿਹੜੀਆਂ ਚੀਜ਼ਾਂ ਉਹ ਜਾਂਦੀਆਂ ਨਹੀਂ, ਤੇ ਉਹ ਉਹਨਾਂ ਨੇ ਕਹਿੰਦੇ ਆ ਕਿ ਆਪਣੀ ਉਸ ਕਲਾ ਦੇ ਨਾਲ ਉਸ ਦਰਖਤ ਨੂੰ ਹਰਿਆ ਕਰ ਦਿੱਤਾ। ਉਹ ਗੁਰੂ ਤਾਂ ਗੁਰੂ ਹੀ ਰਹਿਣਾ। ਉਹਨਾਂ ਨੇ ਜਦੋਂ ਦੇਖਿਆ ਕਿ ਕਿਸ ਤਰ੍ਹਾਂ, ਤੇ ਉਹਨਾਂ ਨੇ ਫਿਰ ਆਪਣੀ ਉਹਦੇ ਨਾਲ ਤਵੱਜੋ ਦਿੱਤੀ ਤੇ ਉਹ ਦਰਖਤ ਫਿਰ ਸੁੱਕ ਗਿਆ। ਜਦੋਂ ਫਿਰ ਸੁੱਕ ਗਿਆ, ਫਿਰ ਉਹਨਾਂ ਨੇ ਫਰੀਦ ਸਾਹਿਬ ਨੇ ਕੀ ਕੀਤਾ ਕਿ ਆਪਣੀ ਕਲਾ ਦੇ ਨਾਲ ਉਹਨੂੰ ਫਿਰ ਹਰਿਆ ਕਰ ਦਿੱਤਾ ਦੁਬਾਰਾ। ਉਹਨਾਂ ਨੇ ਫਿਰ ਉਹ ਉਸੇ ਤਰ੍ਹਾਂ ਹੀ ਆਪਣੀ ਤਵੱਜੋ ਦੇ ਨਾਲ ਉਹਨੂੰ ਫਿਰ ਸੁਕਾ ਦਿੱਤਾ। ਫਿਰ ਤੀਸਰੀ ਵਾਰ ਜਦੋਂ ਕਰਨ ਲੱਗੇ ਤੇ ਉਹ ਖਵਾਜਾ ਕਹਿਣ ਲੱਗੇ ਕਿ ਬਈ ਤੂੰ ਆਇਆ ਕਿਹੜੇ ਕੰਮ ਹੈ? ਤੂੰ ਗਿਆਨ ਲੈਣ ਵਾਸਤੇ ਆਇਆ ਹੈ ਕਿ ਜਾਂ ਤੂੰ ਕੁਦਰਤ ਦੀ ਜਿਹੜੀ ਵਿਵਸਥਾ ਨੂੰ ਵਿਗਾੜਨ ਆਇਆ ਹੈ? ਜੋ ਵੀ ਕੁਦਰਤ ਕਰ ਰਹੀ ਹੈ ਉਹ ਆਪਣੀ ਮੌਜ 'ਚ ਕਰ ਰਹੀ ਹੈ। ਇਹ ਜੇ ਦਰਖਤ ਸੁੱਕਾ ਹੈ ਤੇ ਉਹਦੇ ਹੀ ਉਸ ਭਾਣੇ ਦੇ ਵਿੱਚ ਹੈ, ਤੇ ਤੂੰ ਆਪਣੀ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਵਾ ਇਹਨਾਂ ਨੂੰ ਅਜਮਾ ਕੇ ਕਿਉਂ ਵੇਖਦਾ ਪਿਆ? ਇਹ ਉਸ ਤੋਂ ਵੱਡੀਆਂ ਨਹੀਂ ਹੈ ਕੁਛ ਵੀ।
ਇਹਨੂੰ ਜੋ ਵੀ ਆਪਣਾ ਗੁਣ ਇਹਨੂੰ ਸਾਂਭ, ਇਹਨੂੰ ਹਜਮ ਕਰ। ਕਹਿਣ ਲੱਗੇ ਕਿ ਉਹਨੂੰ ਹੁਕਮ ਕਰ ਦਿੱਤਾ, ਅੱਗੇ ਕਰ ਦਿੱਤਾ ਕਿ ਜਾ ਬਈ ਤੇਰਾ ਹੁਣ ਇੱਥੇ ਨਹੀਂ, ਤੂੰ ਪਹਿਲਾਂ ਹੀ ਇਸ 'ਤੇ ਸ਼ੱਕ ਕੀਤਾ ਜਾਂ ਇਸ ਤਰ੍ਹਾਂ ਕੀਤਾ ਅਤੇ ਤੂੰ ਹੁਣ ਅੱਗੇ ਜਾ, ਉੱਥੇ ਦਿੱਲੀ ਭੇਜ ਦਿੱਤਾ ਸੀ ਕਿ ਜਿਹੜੇ ਕੁਤਬਦੀਨ ਸੀ ਉਹਨਾਂ ਦੇ ਕੋਲ, ਕਿ ਜਾ ਉੱਥੇ ਜਾ ਕੇ ਅਤੇ ਉਹਨਾਂ ਕੋਲੋਂ ਗਿਆਨ ਲੈ। ਹੁਕਮ ਹੋਇਆ, ਉੱਧਰ ਨੂੰ ਤੁਰ ਪਏ। ਅਤੇ ਜਦੋਂ ਉੱਥੇ ਪਹੁੰਚੇ ਅਤੇ ਉੱਥੇ ਜਾ ਕੇ ਪਤਾ ਨਹੀਂ ਸੀ, ਜਦੋਂ ਜਾ ਕੇ ਪੁੱਛਦੇ ਪਛਾਉਂਦੇ ਪਹੁੰਚੇ ਅਤੇ ਦੇਖਿਆ ਅਤੇ ਉਹ ਜਿਹੜੇ ਸੀ ਕੁਤਬਦੀਨ ਸੀ ਉਹ ਆਪਣਾ ਬੜੀ ਛੋਟੀ ਜਿਹੀ ਅਵਸਥਾ, ਬਚਪਨ ਬਾਲ ਅਵਸਥਾ ਸੀ, ਬੱਚਿਆਂ ਨਾਲ ਖੇਡਦੇ ਪਏ ਸੀ। ਅਤੇ ਦੇਖ ਕੇ ਮਨ 'ਚ ਆਇਆ ਕਿ ਮੈਂ ਤਾਂ ਇਸ ਤਰ੍ਹਾਂ ਇੰਨਾ ਗਿਆਨ ਜਾਂ ਚੀਜ਼, ਅਤੇ ਮੈਂ ਇੱਕ ਬੱਚੇ ਨੂੰ ਗੁਰੂ ਬਣਾਉਣਾ ਹੈ। ਵੇਖ ਕੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਉਹ ਵੀ ਜਾਣਦੇ ਸੀ, ਉਹਨਾਂ ਨੇ ਦੇਖ ਲਿਆ, ਮਨ ਦੀ ਹਾਲਤ ਅੰਦਰੋਂ ਪੜ੍ਹ ਲਈ। ਬੱਚਿਆਂ ਨਾਲ ਖੇਡਦੇ ਖੇਡਦੇ ਹੀ ਇੱਕ ਲਾਗੇ ਇੱਕ ਝੁੱਗੀ ਦੇ ਵਿੱਚ ਵੜੇ ਅਤੇ ਦੱਸਦੇ ਇਤਿਹਾਸ ਦੇ ਵਿੱਚ ਕਿ ਜਦੋਂ ਉਹ ਝੁੱਗੀ 'ਚੋਂ ਬਾਹਰ ਨਿਕਲੇ ਅਤੇ ਐਂ ਬਜ਼ੁਰਗ ਚਿੱਟੀ ਦਾੜੀ, ਦਾੜਾ ਚਿੱਟਾ ਤੋਂ ਬਾਹਰ ਨਿਕਲ ਆਏ। ਉਸ ਤਰ੍ਹਾਂ ਆ ਕੇ ਉਹਦੇ ਲਾਗੇ ਆ ਕੇ ਕਹਿਣ ਲੱਗੇ ਕਿ ਬਈ ਹੁਣ ਤਾਂ ਮੈਂ ਤੇਰੇ ਗੁਰੂ ਬਣਨ ਦੇ ਕਾਬਲ ਹੈਗਾ ਨਾ, ਹੁਣ ਤਾਂ ਮੈਂ ਬਜ਼ੁਰਗ ਲੱਗਦਾ ਪਿਆ, ਹੁਣ ਤਾਂ ਨਹੀਂ ਕੋਈ ਗੱਲ ਹੈਗੀ। ਬੜੀ ਸ਼ਰਮ ਆਈ ਉਹਨਾਂ ਨੂੰ, ਉਹਨਾਂ ਦੇ ਪੈਰਾਂ 'ਚ ਕਹਿੰਦੇ ਢਹਿ ਪਏ ਉਸੇ ਵੇਲੇ। ਬਈ ਸਤਿਗੁਰ ਤੇ ਦਇਆ ਕਰਦੇ ਨੇ, ਉਹ ਸਾਨੂੰ ਸਮਝਾਉਣ ਵਾਸਤੇ। ਮੈਂ ਕਈ ਵਾਰੀ ਕਹਿੰਦਾ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਸਤਿਗੁਰਾਂ ਨੇ ਸਾਡੇ ਸ਼ੰਕੇ ਜਿਹੜੇ ਆ ਨਿਵਰਤ ਨਹੀਂ ਕੀਤੇ, ਕਿ ਕਦੀ ਇਸ ਤਰ੍ਹਾਂ ਹੋਇਆ ਹੀ ਨਹੀਂ ਕਿ ਸਤਿਗੁਰਾਂ ਨੇ ਸਾਨੂੰ ਕੋਈ ਐਸਾ ਕੀਤਾ ਹੀ ਨਹੀਂ ਕਦੀ ਕਿ ਸਾਨੂੰ ਹੋਸ਼ ਆਈ ਹੋਵੇ। ਕਈ ਵਾਰੀ ਅਸੀਂ ਮਨਜ਼ੂਰ ਕੀਤਾ ਹੈ, ਕਈ ਵਾਰੀ ਅਸੀਂ ਬੇਨਤੀਆਂ ਕੀਤੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ ਦਇਆ ਕਰੋ, ਕਿਰਪਾ ਕਰੋ, ਅਤੇ ਉਹਨਾਂ ਨੇ ਦਇਆ ਕਿਰਪਾ ਕੀਤੀ ਹੈ। ਪਰ ਅਸੀਂ ਹਮੇਸ਼ਾ ਹੀ ਉਹਨੂੰ ਭੁੱਲ ਜਾਂਦੇ ਹਾਂ। ਠੀਕ ਹੈ, ਮਨ ਦੇ ਵਿੱਚ ਬਈ ਕੋਈ ਚੀਜ਼ ਆਉਣੀ, ਕੋਈ ਸ਼ੰਕਾ, ਇਹ ਨਹੀਂ ਸਤਿਗੁਰ ਕਹਿੰਦੇ ਕਿ ਤੂੰ ਨਾ ਦੇਖ, ਜੋ ਮਰਜ਼ੀ ਕਰੇ। ਪਰ ਜੇ ਇਹਨੂੰ ਹੀ ਕਿਉਂ ਨਹੀਂ ਸੰਤ ਮਾਤਾ ਦੇ ਵਿੱਚ ਜਿਹੜਾ ਕਰਾਮਾਤ ਨੂੰ ਕਿਉਂ ਨਹੀਂ ਜਗ੍ਹਾ ਮਿਲੀ? ਕਿਉਂਕਿ ਜੀਵ ਤੇ ਹਮੇਸ਼ਾ ਹੀ ਚਾਹੁੰਦਾ ਕਿ ਬਸ ਇਹਨੂੰ ਹਰ ਇੱਕ ਚੀਜ਼ ਤੇ ਕਰਾਮਾਤ ਹੀ ਚਾਹੀਦੀ ਹੈ। ਪਰ ਇਹਦੀ ਲਿਸਟ ਕੋਈ ਛੋਟੀ ਹੈ, ਕੋਈ ਇਹਦੀਆਂ ਮਨ ਦੀਆਂ ਜਿਹੜੀਆਂ ਲਿਸਟਾਂ ਨੇ ਸੰਸਾਰੀ ਚੀਜ਼ਾਂ ਦੀਆਂ, ਤੇ ਵੱਧਦੀਆਂ ਜਾਂਦੀਆਂ ਨੇ। ਅੱਜ ਕਹਿੰਦਾ ਆਹ ਪੂਰਾ ਹੋ ਜੇ ਕੰਮ, ਮੈਂ ਫਿਰ ਮੰਨਾਂਗਾ। ਉਹ ਪੂਰਾ ਹੁੰਦਾ, ਫਿਰ ਅੱਗੇ ਇੱਕ ਹੋਰ ਰੱਖ ਲੈਂਦਾ ਕਿ ਆਹ ਕੰਮ ਹੋ ਜੇ ਫਿਰ ਮੰਨਾਂਗਾ। ਉਹ ਹੁੰਦੇ ਜਾਂਦੇ ਨੇ, ਪਰ ਇਹਦਾ ਮਨ ਕਿਤੇ ਵੀ ਨਹੀਂ ਖੜਾ ਹੁੰਦਾ। ਇਸੇ ਤਰ੍ਹਾਂ ਹੀ ਆਪਣਾ ਜੀਵਨ ਜਿਹੜਾ ਆ ਇਹ ਗਵਾ ਲੈਂਦਾ ਹੈ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਬਈ ਕਿਤੇ ਨਾ ਕਿਤੇ ਤਾਂ ਆਪਾਂ ਖੜੇ ਹੋਈਏ। ਸਤਿਗੁਰ ਤੇ ਦਇਆ ਕਰਦੇ ਨੇ, ਕਿਰਪਾ ਕਰਦੇ ਨੇ। ਉਹ ਜੇ ਆਪਣੇ ਉਸ ਮਨ ਦੇ ਵੱਸ ਹੋ ਕੇ ਜੋ ਕਰਮ ਹੈਗਾ ਕਾਲ ਨੇ ਜੋ ਇੱਕ ਬਣਾਈ ਹੈ, ਉਹਦੇ ਹਿਸਾਬ ਨਾਲ ਹੀ ਚੱਲਣਾ ਹੈ, ਤੇ ਫਿਰ ਤੇ ਗੁਰੂ ਦੀ ਲੋੜ ਹੀ ਨਹੀਂ ਸਾਨੂੰ। ਉਹ ਦਇਆ ਕਰਦੇ ਨੇ। ਸਤਿਗੁਰੂ ਨੇ ਫਰਮਾਇਆ ਪਲਟੂ ਲਿਖੀ ਨਸੀਬ ਕੀ, ਸੰਤ ਦੇਤ ਹੈ ਫੇਰ। ਲੇਕਿਨ ਕਿਉਂ ਨਹੀਂ ਫਿਰਦੀ, ਕਿਉਂ ਨਹੀਂ ਉਹ ਕਿਰਪਾ ਹੁੰਦੀ? ਮਨ ਆਪਣਾ ਸਾਚਾ ਨਹੀਂ ਤਬ ਦਿਲਾਗੇ ਦੇ। ਮਨ ਦੇ ਵਿੱਚ ਸਾਡੇ ਕਈ ਤਰ੍ਹਾਂ ਦੇ ਭਰਮ ਹੁੰਦੇ ਨੇ। ਜਿਸ ਤਰ੍ਹਾਂ ਉਹ ਸਾਧੂ ਵਾਲੀ ਉਹ ਸੁਣਾਈ ਸੀ ਕਿ ਇੱਕ ਸਾਧੂ ਕੋਲ ਇੱਕ ਸਿੱਖ ਆਇਆ, ਕਹਿਣ ਲੱਗਾ, ਬੜਾ ਦੁਖੀ ਹੋ ਕੇ ਆਇਆ, ਕਹਿੰਦਾ ਮਹਾਰਾਜ ਜੀ ਮੈਂ ਤੇ ਬਸ ਜੀ ਤੁਹਾਡੀ ਸੇਵਾ 'ਚ ਰਹਿਣਾ, ਮੈਂ ਹੁਣ ਕੁਛ ਨਹੀਂ ਕਰਨਾ। ਉਹਨੇ ਪੁੱਛਿਆ ਕਿ ਵੀ ਹੋਰ ਕੌਣ ਕੌਣ ਪਰਿਵਾਰ 'ਚ? ਕਹਿੰਦਾ ਮੇਰਾ ਕੋਈ ਨਹੀਂ ਹੈਗਾ ਜੀ, ਸਭ ਮਰ ਖਪ ਗਏ ਆ, ਕੋਈ ਨਹੀਂ ਹੈ, ਮੈਂ ਬੜਾ ਦੁਖੀ ਹਾਂ, ਬਸ ਹੁਣ ਮੈਂ ਤੁਹਾਡੀ ਸੇਵਾ ਕਰਨੀ, ਮੈਂ ਸੱਚਾ ਗਿਆਨ ਪ੍ਰਾਪਤ ਕਰਨਾ, ਮੇਰੇ 'ਤੇ ਕਿਰਪਾ ਕਰੋ। ਉਹ ਕਹਿਣ ਲੱਗੇ ਤੂੰ ਮੇਰਾ ਕੀ? ਕਹਿੰਦਾ ਨਹੀਂ ਜੀ ਬਸ ਹੁਣ ਮੈਨੂੰ ਪਤਾ ਲੱਗ ਗਿਆ, ਮੈਂ ਬੜਿਆਂ ਕੋ ਉਹ ਤੁਹਾਡੀ ਉਸਤਤ ਸੁਣੀ ਹੈ, ਬੜਾ ਮੈਂ ਇਸ ਤਰ੍ਹਾਂ ਤੁਹਾਡੀ ਉਸਤਤ ਹੁੰਦੀ ਹੈ, ਬੜੇ ਇਸ ਤਰ੍ਹਾਂ ਲੋਕ ਕਹਿੰਦੇ ਸਾਨੂੰ ਆਹ ਹੋਇਆ, ਬਸ ਮੈਂ ਹੁਣ ਤੁਹਾਨੂੰ ਆਪਣਾ ਗੁਰੂ ਮੰਨ ਲਿਆ। ਕਹਿੰਦਾ ਹੁਣ ਮੈਂ ਕਿਤੇ ਨਹੀਂ ਜਾਣਾ, ਤੁਹਾਡੇ ਕੋਲ ਹੀ ਰਹਿਣਾ, ਇੱਥੇ ਸੇਵਾ ਕਰਨੀ ਹੈ। ਪਰ ਇੱਕ ਪਾਸੇ ਮੇਰੇ 'ਤੇ ਦਇਆ ਕਰੋ, ਮੇਰੇ ਮਨ ਨੂੰ ਸ਼ਾਂਤੀ ਆ ਜਾਵੇ। ਬਸ ਬੜੇ ਦੁੱਖ ਮੈਂ ਦੇਖੇ ਨੇ, ਮਨ ਨੂੰ ਮੇਰੇ ਸ਼ਾਂਤੀ ਆ ਜਾਏ, ਬਸ ਇਸ ਤਰ੍ਹਾਂ ਹੋ ਜਾਓ। ਕਹਿਣ ਲੱਗੇ ਠੀਕ ਹੈ ਬੇਟੇ, ਫਿਰ ਸੱਚੀ ਤਰ੍ਹਾਂ ਸਹੀ ਤਰ੍ਹਾਂ ਜੋ ਵੀ ਬਈ ਨਿਯਮ ਹੈ ਮਰਿਆਦਾ ਉਸ ਹਿਸਾਬ ਨਾਲ ਚੱਲੀਏ, ਸਤਿਗੁਰ ਕਿਰਪਾ ਕਰਨਗੇ। ਰਹਿ ਪਿਆ ਉਹਨਾਂ ਦੇ ਕੋਲ, ਕਈ ਚਿਰ ਸੇਵਾ ਕਰਦਾ ਰਿਹਾ, ਸਾਲਾਂ ਬੱਧੀ। ਕੁਝ ਸਾਲ ਲੰਘੇ ਅਤੇ ਮਨ ਦੇ ਵਿੱਚ ਖਿਆਲ ਆਇਆ, ਕੋਈ ਮਨ ਨੇ ਮਾਰਿਆ ਭੜਕਾ ਕੇ, ਆ ਗਿਆ ਆਪਣੇ ਗੁਰੂ ਦੇ ਕੋਲ ਆਣ ਕੇ ਕਹਿਣ ਲੱਗਾ ਮਹਾਰਾਜ ਛੁੱਟੀ ਦਿਓ, ਮੈਂ ਜਾਣਾ। ਉਹ ਕਹਿਣ ਲੱਗੇ ਕਿੱਥੇ ਜਾਣਾ ਤੂੰ? ਕੌਣ ਹੈਗਾ ਤੇਰਾ? ਤੂੰ ਤਾਂ ਕਹਿੰਦਾ ਸੀ ਮੇਰਾ ਕੋਈ ਨਹੀਂ ਹੈਗਾ ਦੁਨੀਆ 'ਤੇ। ਕਹਿੰਦਾ ਨਹੀਂ ਨਹੀਂ ਮੈਂ ਜਾਣਾ ਹੈ, ਮੈਂ ਹੁਣ ਰਹਿਣਾ ਨਹੀਂ ਹੈਗਾ। ਉਹਦੀ ਹਾਲਤ ਨੂੰ ਦੇਖਿਆ, ਜਾਣਦੇ ਸੀ ਸਭ ਕੁਛ। ਕਹਿਣ ਲੱਗੇ ਕਿ ਬਈ
ਚੱਲ ਤੂੰ ਇੰਨਾ ਚਿਰ ਸੇਵਾ ਕੀਤੀ ਹੈ, ਸੰਸਾਰੀ ਤੌਰ ਤੇ ਵੀ ਬਾਹਰ ਕੋਈ ਕੰਮ ਕਰਦਾ, ਕਿਸੇ ਦਾ ਕੋਈ ਦੁਕਾਨ ਤੇ ਕੋਈ ਨੌਕਰੀ ਕਰਦਾ, ਕੁਛ ਨਾ ਕੁਛ ਤੈਨੂੰ ਮਿਲਣਾ ਸੀ, ਤੇ ਚੱਲ ਤੂੰ ਇੰਨਾ ਚਿਰ ਮੇਰੇ ਕੋਲ ਰਿਹਾ ਏ, ਇੰਨੀ ਦੇਰ ਸੇਵਾ ਕੀਤੀ ਏ, ਤੇ ਚੱਲ ਕੋਈ ਨਾ ਕੁਛ ਤੈਨੂੰ ਅਸੀਂ ਦੇ ਕੇ ਤੋਰਦੇ ਹਾਂ। ਉਹਨੂੰ ਭੇਜ ਦਿੱਤਾ, ਕਹਿਣ ਲੱਗੇ ਕਿ ਉਹ ਪਿਛਲੇ ਕਮਰੇ ਦੇ ਵਿੱਚ ਜਾ, ਉੱਥੇ ਇੱਕ ਲੋਹੇ ਦਾ ਸੰਦੂਕ ਪਿਆ ਏ, ਤੇ ਉਹਦੇ ਵਿੱਚ ਨਾ ਪਾਰਸ ਪਿਆ ਏ, ਤੇ ਉਹ ਲਿਆ ਤੈਨੂੰ ਦਿੰਨੇ ਆ, ਤੇ ਤੂੰ ਆਪਣੀ ਗਰੀਬੀ ਦੂਰ ਕਰਨੀ, ਤੇ ਬਈ ਚੱਲ ਹੁਣ ਤੂੰ ਇੱਥੋਂ ਵੀ ਜਾਏਂਗਾ ਤੇ ਹੋਰ ਤੈਨੂੰ ਕੰਮ ਕਾਰ ਕਰਨਾ, ਤੇ ਆਪਣਾ ਜਿਹੜਾ ਜੀਵਨ ਆਰਾਮ ਨਾਲ ਗੁਜ਼ਾਰ ਲੈ। ਚਲੋ ਉਹ ਗਿਆ ਲੈਣ ਵਾਸਤੇ ਸਿੱਖ ਅੰਦਰ, ਤੇ ਕੋਠੜੀ ਦੇ ਵਿੱਚ ਵੇਖਿਆ ਪਿੱਛੇ ਵਾਕਈ ਇੱਕ ਇਸ ਤਰ੍ਹਾਂ ਹੀ ਪਿਆ ਸੰਦੂਕ ਲੋਹੇ ਦਾ। ਚੁੱਕ ਕੇ ਲੈ ਆਂਦਾ, ਆਣ ਕੇ ਲਿਆ ਕੇ ਆਪਣੇ ਸਤਿਗੁਰਾਂ ਦੇ ਸਾਹਮਣੇ ਰੱਖ ਦਿੱਤਾ। ਰੱਖ ਕੇ ਪਰ ਮਨ ਤੇ ਕੋਈ ਖੁਸ਼ੀ ਨਹੀਂ, ਕੋਈ ਵੀ ਮਹਾਰਾਜ ਜਿੰਨਾ ਵੀ ਕੋਈ ਇਸ ਤਰ੍ਹਾਂ ਦਾ ਨਹੀਂ। ਸਤਿਗੁਰ ਹੋਣ ਲੱਗੇ ਕਿ ਬਈ ਚੱਲ ਤੂੰ ਕੋਈ ਨਾ ਕੋਈ ਚਾਹ, ਜਿਸ ਤਰ੍ਹਾਂ ਤੇ ਹੁਣ ਤੈਨੂੰ ਅਸੀਂ ਪਾਰਸ ਦੇਣ ਲੱਗੇ ਹਾਂ, ਤੇ ਅਜੇ ਵੀ ਤੇਰੇ ਕੋਲ ਤੈਨੂੰ ਕੋਈ ਖੁਸ਼ੀ ਨਹੀਂ ਹੈਗੀ ਕੋਈ ਕਿਸੇ ਤਰ੍ਹਾਂ ਦੀ, ਕਿ ਤੂੰ ਕਹਿੰਦਾ ਪਿਆ ਹੈ ਨਾ ਕਿ ਹੁਣ ਮੈਂ ਬੜਾ ਜੀਵਨ ਇੱਥੇ ਗੁਜ਼ਾਰ ਲਿਆ, ਹੁਣ ਆਪਣਾ ਜੀਵਨ ਮੈਂ ਮੌਜ ਮਸਤੀ ਕਰਨੀ ਆ, ਹੁਣ ਮੈਂ ਬਾਹਰ ਕਰਨਾ ਵਾ, ਮੈਂ ਹੁਣ ਇੱਥੇ ਨਹੀਂ ਰਹਿਣਾ, ਤੇ ਚੱਲ ਜੋ ਵੀ ਹੈ, ਤੇ ਹੁਣ ਵੀ ਤੈਨੂੰ ਅਸੀਂ ਪਾਰਸ ਦੇਣ ਲੱਗੇ ਹਾਂ। ਲੋਕੀ ਤਰਸਦੇ ਇਸੇ ਵਾਸਤੇ, ਪਰ ਅੱਗੋਂ ਕੋਈ ਜਵਾਬ ਨਾ ਦਿੱਤਾ। ਉਹਦੇ ਮਨ ਦੀ ਅਵਸਥਾ ਨੂੰ ਸਮਝਦੇ ਅਸੀਂ, ਕਹਿਣ ਲੱਗੇ ਕਿ ਤੇਰੇ ਮਨ 'ਚ ਸ਼ੰਕਾ ਇਹੋ ਹੀ ਹੈ ਨਾ ਕਿ ਮੈਨੂੰ ਇਹ ਬਸ ਐਵੇਂ ਟਰਕਾ ਰਹੇ ਨੇ, ਮੈਨੂੰ ਕਹਿੰਦੇ ਪਏ ਨੇ ਕਿ ਪਾਰਸ ਦੀਆਂ ਕਹਾਣੀਆਂ ਬੜੀਆਂ ਸੁਣਾਈਆਂ ਨੇ ਸਾਨੂੰ, ਕਿ ਪਾਰਸ ਇੱਦਾਂ ਹੁੰਦਾ ਏ, ਉਹ ਲੋਹੇ ਨੂੰ ਸੋਨਾ ਕਰ ਦਿੰਦਾ ਏ, ਕਹਾਣੀਆਂ ਬੜੀਆਂ ਸੁਣਾਈਆਂ ਨੇ, ਤੇ ਪਰ ਇਹ ਪਾਰਸ ਇੰਨੀ ਦੇਰ ਇਹ ਸੰਦੂਕ ਦੇ ਵਿੱਚ ਪਿਆ ਲੋਹੇ ਦਾ, ਤੇ ਇਹ ਤਾਂ ਅਜੇ ਪਾਰਸ ਹੋਇਆ ਨਹੀਂ ਸੋਨੇ ਦਾ। ਤੇਰੇ ਮਨ 'ਚ ਕਹਿੰਦੇ ਇਹੋ ਹੀ ਸ਼ੰਕਾ ਹੈ ਨਾ? ਕਹਿੰਦਾ ਹਾਂ ਇਹੋ ਹੀ, ਬਿਲਕੁਲ। ਕਹਿੰਦੇ ਖੋਲ ਇਹਨੂੰ, ਖੋਲ ਕੇ ਤੇ ਕਹਿੰਦੇ ਆ ਵਿੱਚ ਵੇਖ, ਜਿਹੜਾ ਪਾਰਸ ਪਿਆ ਬਾਹਰ ਕੱਢ। ਬਾਹਰ ਕੱਢ ਦਿੱਤਾ। ਕਹਿਣ ਲੱਗੇ ਇਹ ਵੀ ਪਾਰਸ ਹੈਗਾ, ਤੂੰ ਮੇਰੇ ਤੇ ਯਕੀਨ ਕਰ। ਪਰ ਉਹਨੂੰ ਫਿਰ ਵੀ ਯਕੀਨ ਨਹੀਂ ਸੀ ਆ ਰਿਹਾ, ਮਨ 'ਚ ਸ਼ੰਕਾ ਸੀ। ਕਹਿੰਦਾ ਕਿ ਇਹ ਗੱਲ ਤੁਸੀਂ ਸਹੀ ਕਹੀ ਹੈ, ਇਹ ਤੇ ਅਜੇ ਸੋਨੇ ਦਾ ਬਣਿਆ ਨਹੀਂ ਸੰਦੂਕ। ਉਹ ਕਹਿਣ ਲੱਗੇ ਕਿ ਹੋਰ ਦੇਖ ਵਿੱਚ ਕੁਛ ਹੈਗਾ ਵਾ। ਵਿੱਚ ਵੇਖ ਕੇ ਕਹਿੰਦਾ ਨਹੀਂ ਮਹਾਰਾਜ ਕੁਛ ਨਹੀਂ ਹੈਗਾ। ਫਿਰ ਕਹਿੰਦੇ ਇੱਕ ਵਾਰੀ ਧਿਆਨ ਨਾਲ ਦੇਖ। ਕਹਿੰਦਾ ਮੈਂ ਦੇਖਿਆ ਜੀ ਵਿੱਚ ਕੁਛ ਹੈ ਨਹੀਂ, ਖਾਲੀ ਪਿਆ, ਸਿਰਫ ਇਹੋ ਹੀ ਪੱਥਰ ਵਿੱਚ ਹੈਗਾ ਸੀ, ਕੁਛ ਨਹੀਂ ਹੈਗਾ। ਕਹਿੰਦੇ ਇੱਕ ਵਾਰੀ ਚੰਗੀ ਤਰ੍ਹਾਂ ਹੱਥ ਮਾਰ ਕੇ ਦੇਖ, ਕੁਛ ਹੋਏਗਾ। ਜਦੋਂ ਉਹਨੇ ਹੱਥ ਮਾਰ ਕੇ ਵਿੱਚੋਂ ਦੇਖਿਆ, ਤੇ ਇੱਕ ਪਤਲਾ ਜਿਹਾ ਕਾਗਜ਼ ਸੀ, ਇੱਕ ਵਿੱਚ ਉਹ ਪਿਆ, ਕਾਗਜ਼ ਦੇ ਉੱਤੇ ਉਹ ਪਰਸ ਪਿਆ ਸੀ। ਕਾਗਜ਼ ਨੂੰ ਬਾਹਰ ਕੱਢ ਦਿਆ, ਕਹਿੰਦਾ ਕੁਛ ਵੀ ਨਹੀਂ, ਆ ਦੇਖੋ ਖਾਲੀ ਆ, ਸਿਰਫ ਕਾਗਜ਼ ਜਿਹਾ ਵਿੱਚ ਪਿਆ, ਮਾੜਾ ਜਿਹਾ ਪਤਲਾ ਜਿਹਾ। ਉਹ ਕਾਗਜ਼ ਕਹਿੰਦੇ ਬਾਹਰ ਕੱਢ ਕੇ ਰੱਖ ਦੇ, ਤੇ ਕਹਿੰਦੇ ਕਿ ਆਲਾ ਫੜ, ਹੁਣ ਇਹਨੂੰ ਵਿੱਚ ਰੱਖ। ਜਦੋਂ ਉਹ ਦੁਬਾਰਾ ਪਾਰਸ ਵਿੱਚ ਰੱਖਿਆ, ਤੇ ਉਸੇ ਵੇਲੇ ਉਹ ਜਿਹੜਾ ਸੀ ਸੰਦੂਕ ਜਿਹੜਾ ਸੀ ਸੋਨੇ ਦਾ ਬਣ ਗਿਆ। ਬੜਾ ਹੈਰਾਨ ਹੋਇਆ। ਉਹਨੂੰ ਸਮਝਾਉਣ ਲੱਗੇ, ਕਹਿੰਦੇ ਕਿ ਇਹ ਤੇਰੇ ਮਨ ਦੀ ਹਾਲਤ ਹੈ। ਕਹਿੰਦੇ ਕਿ ਅਜੇ ਤੱਕ ਤੇਰੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਆਈ, ਅੱਗੇ ਤੇਰੀ ਜਿਹੜੀ ਭਗਤੀ ਅੱਗੇ ਕਿਉਂ ਨਹੀਂ ਵਧੀ? ਕਿਉਂਕਿ ਤੂੰ ਪਹਿਲੇ ਦਿਨ ਤੋਂ ਹੀ ਮਨ 'ਚ ਸ਼ੰਕਾ ਰੱਖੀ। ਉੱਪਰੋਂ ਤੂੰ ਜ਼ਰੂਰ ਕਿਹਾ ਸੀ, ਪਰ ਤੇਰੇ ਮਨ ਦੇ ਵਿੱਚ ਕੋਈ ਭਰੋਸਾ ਨਹੀਂ ਸੀ ਹੈਗਾ। ਤੂੰ ਜੋ ਮੈਂ ਵਚਨ ਕਿਹਾ, ਤੂੰ ਕਦੀ ਮੰਨਿਆ ਹੀ ਨਹੀਂ ਉਹਨੂੰ ਦਿਲ ਦੇ ਨਾਲ। ਉੱਪਰੋਂ ਹੀ ਸਿਰਫ ਕਰਦਾ ਰਿਹਾ ਵਾਂ। ਮਤਲਬ ਇਹ ਵਿੱਚ ਜਿਹੜਾ ਪਰਦਾ ਸੀ, ਤੇਰੇ ਜਿਹੜੇ ਮਨ ਦੇ ਵਿੱਚ ਸ਼ੰਕਾ ਸੀ, ਇਹਨੇ ਤੈਨੂੰ ਕਦੇ ਸਿੱਖ ਬਣਨ ਹੀ ਨਹੀਂ ਦਿੱਤਾ ਤੈਨੂੰ। ਜੇ ਸਿੱਖ ਬਣਦਾ ਤੇ ਪਾਰਸ ਨਾਲ ਛੋਹ ਕੇ ਤੂੰ ਤੇਰਾ ਬਣ ਜਾਣਾ ਸੀ, ਤੇਰਾ ਜੀਵਨ ਪਲਟ ਜਾਣਾ ਸੀ। ਕਹਿੰਦੇ ਇਸੇ ਇਹਦੇ 'ਚ ਇੰਨੇ ਸਾਲ ਹੋ ਗਏ ਨੇ, ਇੰਨੇ ਸਾਲਾਂ ਤੋਂ ਇਹਨੇ ਇੱਕ ਛੋਟੇ ਜਿਹੇ ਕਾਗਜ਼ ਦੇ ਵਰਕੇ ਨੇ ਇਹਨੂੰ ਪੱਥਰ ਮਤਲਬ ਸੋਨੇ ਦਾ ਨਹੀਂ ਹੋਣ ਦਿੱਤਾ। ਇੰਨਾ ਜਿਹਾ ਫਰਕ ਹੀ ਸਰ। ਕਹਿੰਦੇ ਤੇਰੇ ਮਨ 'ਚ ਤੇ ਦੂਰੀਆਂ ਬਹੁਤ ਨੇ ਅਜੇ। ਸਤਿਗੁਰ ਦਇਆ ਕਿਰਪਾ ਕਰਦੇ ਨੇ, ਹਰ ਇੱਕ ਤੇ ਕਰਦੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਪਰ ਜੇ ਅਸੀਂ ਚੱਲੀਏ, ਉਹ ਕਹਿੰਦਾ ਕਿ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ। ਪਰ ਮਨ 'ਚ ਵਿਸ਼ਵਾਸ ਹੋਵੇ, ਭਰੋਸਾ ਅਸੀਂ ਇਮਾਨਦਾਰੀ ਦੇ ਨਾਲ ਮੰਨੀਏ। ਸੰਸਾਰੀ ਤੌਰ 'ਤੇ ਸਾਡੇ ਨਾਲ ਕੋਈ ਇੱਕ ਵਾਰੀ ਖੜਾ ਹੋ ਜਾਂਦਾ ਨਾ, ਕੋਈ ਸਾਡੇ ਨਾਲ ਮਾੜਾ ਜਿਹਾ ਕੋਈ ਸਾਡਾ ਕੰਮ ਕਰਵਾ ਦੇ, ਅਸੀਂ ਉਹਦੇ ਰਿਣੀ ਹੋ ਜਾਂਦੇ ਹਾਂ, ਬਈ ਇਹਨੇ ਮੇਰੇ ਕੰਮ ਆਇਆ, ਹੁਣ ਮੈਂ ਬਈ ਜਿੱਥੇ ਮੈਨੂੰ ਲੋੜ, ਇਹਨੂੰ ਲੋੜ ਪਏ ਮੈਂ ਨਾਲ ਖੜਾ। ਕੋਈ ਮਾੜਾ ਜਿਹਾ ਸਾਡਾ ਸੰਸਾਰੀ ਤੌਰ 'ਤੇ ਕੋਈ ਇੱਕ ਵਾਰੀ ਕੋਈ ਕਰਦੇ, ਪਰ ਗੁਰੂ ਜੀ ਨੇ ਤਾਂ ਸਾਡੇ ਪਤਾ ਹੀ ਨਹੀਂ ਅਣਗਿਣਤ ਵਾਰੀ ਸਾਡੇ 'ਤੇ ਦਇਆ ਕੀਤੀ ਹੈ, ਪਰ ਸਾਨੂੰ ਜਿਤਾਇਆ ਕਦੀ ਨਹੀਂ। ਸਾਨੂੰ ਜਿਸ ਤਰ੍ਹਾਂ ਮਾਂ ਪਿਓ ਆਪਣੇ ਬੱਚਿਆਂ ਨੂੰ ਪਾਲਦੇ ਪੋਸਦੇ ਨੇ, ਤੇ ਉਹਨਾਂ ਨੂੰ ਕੀ ਇੱਕ ਇੱਕ ਗੱਲ ਜਿਤਾ ਕੇ ਥੋੜ੍ਹਾ ਕੰਮ ਕਰਦੇ ਨੇ। ਉਹ ਆਪਣੇ ਪਿਆਰ ਹੁੰਦਾ ਉਹਨਾਂ ਨੂੰ, ਤੇ ਉਹ ਕਰੀ ਜਾਂਦੇ ਨੇ ਉਹਨਾਂ ਨਾਲ। ਇੱਕ ਇੱਕ ਵਾਰੀ ਨਹੀਂ ਕਹਿੰਦੇ ਕਿ ਆਹ ਦੇਖ ਮੈਂ ਤੇਰੇ ਵਾਸਤੇ ਹੁਣ ਰੋਟੀ ਬਣਾਈ, ਉਹ ਹੁਣ ਤੇਰੇ ਵਾਸਤੇ ਮੈਂ ਕੱਪੜੇ ਲਿਆਂਦੇ ਹੀ, ਉਹ ਤੇਰੇ ਵਾਸਤੇ ਆਹ ਘਰ ਬਣਾਇਆ ਹੀ, ਤੇਰੇ ਵਾਸਤੇ ਆਹ ਕੀਤਾ ਹੀ, ਕੁਛ ਨਹੀਂ ਕਹਿੰਦੇ। ਆਪਣਾ ਕੰਮ ਕਰੀ ਜਾਂਦੇ ਨੇ। ਇਸੇ ਤਰ੍ਹਾਂ ਹੀ ਸਤਿਗੁਰੂ ਸਾਡੇ ਨਾਲ ਹਿੱਤ ਕਰਦੇ ਨੇ, ਪਤਾ ਨਹੀਂ ਕਿੰਨੀ ਕੁ ਦਇਆ ਕਰਦੇ ਨੇ, ਕਿਰਪਾ ਕਰਦੇ ਨੇ। ਲੇਕਿਨ ਅਸੀਂ
ਨਾਮ ਲੈ ਕੇ ਗੁਰੂ ਕਹਿ ਕੇ ਮੱਥੇ ਟੇਕ ਕੇ ਵੀ ਸਾਡੇ ਮਨ ਦੀਆਂ ਮੈਲਾਂ ਦੂਰ ਨਹੀਂ ਹੁੰਦੀਆਂ, ਜਿਹਦੇ ਕਰਕੇ ਉਹ ਜਿਹੜਾ ਜੀਵਨ ਜਿਹੜਾ ਰੂਪਾਂਤਰ ਨਹੀਂ ਹੁੰਦਾ। ਅਸੀਂ ਕਹਿੰਦੇ ਹਾਂ ਸਿਮਰਨ ਨਹੀਂ ਹੁੰਦਾ, ਧਿਆਨ ਨਹੀਂ ਬਣਦਾ, ਮਨ ਨਹੀਂ ਲੱਗਦਾ। ਆਪਣੇ ਮਨ ਦੇ ਵਿਚਾਰਾਂ ਨੂੰ ਦੇਖੀਏ। ਜਦੋਂ ਸਾਨੂੰ ਸਮਝ ਲੱਗੇਗੀ, ਪਤਾ ਚੱਲ ਜਾਏਗਾ ਕਿ ਬਈ ਆਹ ਜਿਹੜੀ ਮੈਲ ਆ ਸਰ, ਠੀਕ ਹੈ, ਸਤਿਗੁਰ ਸਾਨੂੰ ਇਹ ਨਹੀਂ ਕਿ ਮੈਲਾਂ ਤੋਂ ਕੋਈ ਭਜਦੇ ਨੇ ਕੁਛ, ਉਹ ਤਾਂ ਕਹਿੰਦੇ ਨੇ ਜੋ ਹੈਗਾ ਤੂੰ ਦੇ, ਤੂੰ ਕੁਛ ਕੱਢ ਦੇ ਬਾਹਰ, ਲੈ ਸਾਨੂੰ ਦੇ ਦੇ। ਪਰ ਸਾਨੂੰ ਜਿਸ ਤਰ੍ਹਾਂ ਪਿੱਛੇ ਵਚਨ ਆਏ ਨੇ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਾਡੇ ਅੰਦਰ ਉਹ ਜਿਹੜਾ ਭਾਵ ਜਿਹੜਾ ਆ ਉਹ ਹੈ ਹੀ ਨਹੀਂ, ਵਿਵੇਕ ਵਾਲਾ ਜਿਹੜਾ ਹੈ, ਵਿਵੇਕ ਹੈ ਨਹੀਂ। ਉਹ ਵਿਦਿਆ ਦੇ ਨਾਲ, ਅਗਿਆਨਤਾ ਦੇ ਨਾਲ ਸਾਡਾ ਜਿਹੜਾ ਉਹ ਪੈ ਗਿਆ, ਅਸੀਂ ਉਹਨੂੰ ਦਿੰਦੇ ਹੀ ਨਹੀਂ। ਆਪਣੀ ਜੇ ਸਾਨੂੰ ਅਗਿਆਨਤਾ ਦੇ ਨਾਲ, ਉਹੀ ਆਪਣੀਆਂ ਮੈਲਾਂ ਦੇ ਨਾਲ ਹੀ ਪਿਆਰ ਆ, ਅਸੀਂ ਉਹਨੂੰ ਛੱਡਣਾ ਹੀ ਨਹੀਂ ਚਾਹੁੰਦੇ ਮੈਲਾਂ ਨੂੰ ਆਪਣੇ ਕੋਲੋਂ। ਕਿੰਨੀ ਵਾਰੀ ਸਾਨੂੰ ਕਹਿੰਦੇ ਕਿ ਛੱਡੀ ਆ ਚੀਜ਼ਾਂ, ਇਹ ਸਾਰਾ ਕੁਛ ਜਿਹੜਾ ਆ ਇਹ ਬਈ ਇੱਥੇ ਧੋਖਾ ਹੀ ਧੋਖਾ ਹੈ, ਇਹਨਾਂ ਨੂੰ ਛੱਡੋ ਤੇ ਬਈ ਇਸ ਪਾਸੇ ਚੱਲੋ। ਪਰ ਅਸੀਂ ਉਹ ਨਾ ਮੰਨਣ ਕਰਕੇ ਹੀ ਸਾਡਾ ਬਾਰ-ਬਾਰ ਰਸਤੇ 'ਚ ਜਿਹੜੀ ਰੁਕਾਵਟ ਆਉਂਦੀ ਹੈ। ਹਾਂਜੀ। ਜੀ ਜੰਤ ਜਹਾਂ ਜਹਾਂ ਲਾਗ, ਕਰਮ ਕੇ ਵਸ ਜਾਏ, ਕਾਲ ਫਾਸ ਅਵਦ ਲਾਗੇ, ਕਛੂ ਨਾ ਚੱਲੇ ਉਪਾਏ। ਰਵਿਦਾਸ ਦਾਸ ਉਦਾਸ ਤਜ ਪਰਮ, ਤਪਨ ਤਪ ਗੁਰ ਗਿਆਨ, ਭਗਤ ਜਨ ਪੈ ਹਰਨ, ਪਰਮਾਨੰਦ ਕਰੋ ਨਿਦਾਨ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਕਿਉਂਕਿ ਆਪਣੇ ਬਲ ਦੇ ਨਾਲ ਤਾਂ ਸਾਡੇ ਕੋਲ ਕੋਈ ਕੰਮ ਨਹੀਂ ਹੋਣਾ ਹੈਗਾ। ਸਤਿਗੁਰਾਂ ਤੋਂ ਬਲਿਹਾਰ ਜਾਣਾ ਕੀ ਆ? ਆਪਣੇ ਬਲ ਹਾਰ ਜਾਣਾ। ਜਦੋਂ ਅਸੀਂ ਆਪਣੇ ਬਲ ਹਾਰ ਗਏ, ਸਾਰੇ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਏ, ਤੇ ਫਿਰ ਹੀ ਉਹਨਾਂ ਤੋਂ ਅਸਲੀ ਬਲਿਹਾਰ ਜਾਣਾ। ਉਦੋਂ ਤੱਕ ਜੋ ਮਰਜ਼ੀ ਅਸੀਂ ਕਹੀ ਜਾਈਏ, ਅਸੀਂ ਤੇ ਬਲਿਹਾਰ ਜਾਂਦੇ ਹਾਂ, ਅਸੀਂ ਤੇ ਆਪਣੇ ਸਤਿਗੁਰਾਂ ਤੋਂ ਵਾਰੀ-ਵਾਰੀ ਜਾਂਦੇ ਹਾਂ, ਪਰ ਉਦੋਂ ਤੱਕ ਕੁਛ ਨਹੀਂ ਹੁੰਦਾ ਹੈਗਾ। ਉਹ ਸਾਨੂੰ ਰਸਤਾ ਦੱਸਦੇ ਨੇ। ਸਭ ਤੋਂ ਵੱਡਾ ਰਸਤਾ ਜਿਹੜਾ ਉਹਨਾਂ ਨੇ ਕਿਹਾ ਕਿ ਬਈ ਸਾਨੂੰ ਕਿ ਬੇਨਤੀ ਕਰੋ, ਅਰਦਾਸ ਕਰੋ। ਮੈਂ ਕਈ ਵਾਰੀ ਦੱਸਿਆ ਕਿ ਮੇਰਾ ਕਿ ਕੋਈ ਵੀ ਐਸਾ ਬੱਚਾ ਨਹੀਂ ਜਿਹਨੂੰ ਗੁਰੂ ਨੇ ਹੁਕਮ ਨਹੀਂ ਲਾਇਆ। ਸਾਰੇ ਹੀ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਬੈਠ ਕੇ ਅਸੀਂ ਬੇਨਤੀ ਕਰਦੇ ਹਾਂ। ਪਰ ਬੇਨਤੀ ਕਰਨ ਵਾਸਤੇ ਜਿਹੜਾ ਸਥਾਨ ਚਾਹੀਦਾ ਹੈ, ਬੇਨਤੀ ਕਰਨ ਵਾਸਤੇ ਜਿਹੜੀ ਇੱਕ ਮਨ ਦੀ ਸਥਿਤੀ ਚਾਹੀਦੀ ਹੈ, ਉਹ ਸਾਡੀ ਬਣਦੀ ਨਹੀਂ ਹੈਗੀ। ਕਿਉਂਕਿ ਬੇਨਤੀ ਕਰਨੀ ਕਿੰਨੇ ਆ? ਅਸੀਂ ਸੜਕ ਤੇ ਜਾਂਦੇ ਹਾਂ, ਅਸੀਂ ਬੇਨਤੀ ਕਰਦੇ, ਅਰਦਾਸਾਂ ਕਰਦੇ ਕਿਹਨੂੰ ਵੇਖਦੇ ਹਾਂ? ਮੰਗਤਿਆਂ ਨੂੰ ਹੀ ਦੇਖਦੇ ਹਾਂ। ਕਦੀ ਦੇਖਿਆ ਕਦੀ ਸੇਠ ਨੂੰ, ਕਿਸੇ ਨੂੰ, ਕੋਈ ਬੜਾ ਧਨਵਾਨ ਬੰਦਾ ਹੋਵੇ ਤੇ ਕੋਈ ਸੜਕ ਤੇ ਕੋਈ ਮੰਗਦਾ ਹੋਵੇ? ਕੋਈ ਨਹੀਂ ਮੰਗਦਾ। ਮੰਗਤੇ ਹੀ ਜਿਹੜੇ ਹੁੰਦੇ ਆ ਉਹੀ ਬਾਹਰ ਮੰਗਦੇ ਹੁੰਦੇ ਨੇ। ਇਸੇ ਤਰ੍ਹਾਂ ਪਹਿਲਾਂ ਜਦੋਂ ਸਾਡੇ ਮਨ ਦੇ ਵਿੱਚੋਂ ਆਏਗਾ ਕਿ ਬਈ ਅਸੀਂ ਕੋਈ ਧਨਵਾਨ ਨਹੀਂ, ਅਸੀਂ ਕੋਈ ਬੜੇ ਕੋਈ ਕਰਨੀ ਵਾਲੇ ਨਹੀਂ, ਜਾਂ ਕੋਈ ਬੜਾ ਸਾਡੇ 'ਚ ਕੋਈ ਕਿਸੇ ਤਰ੍ਹਾਂ ਦਾ ਬਲ ਨਹੀਂ ਆ, ਫਿਰ ਅਸੀਂ ਨੀਵੇਂ ਹੋ ਕੇ ਬੜੇ ਇੱਕ ਆਪਣੇ ਆਪਣੇ ਔਗਣਾਂ ਨੂੰ ਦੇਖਦੇ ਹੋਏ ਸਤਿਗੁਰਾਂ ਦੇ ਚਰਨਾਂ 'ਚ ਅਰਜ਼ ਕਰਾਂਗੇ, ਬੇਨਤੀ ਕਰਾਂਗੇ, ਮਹਾਰਾਜ ਬੜੇ ਔਗਣ ਹੋਏ ਨੇ ਸਾਡੇ ਕੋਲ, ਬੜੇ ਔਗਣ ਹੋਏ ਨੇ, ਅਜੇ ਵੀ ਨਹੀਂ ਛੁੱਟਦੇ ਪਏ, ਹੁਣ ਵੀ ਚੱਲਦੇ ਪਏ ਨੇ। ਵਚਨ ਸੁਣਦਿਆਂ ਵੀ ਮਨ 'ਚ ਚੱਲ ਰਹੇ ਨੇ, ਸਿਮਰਨ ਤੇ ਬੈਠਿਆਂ ਵੀ ਚੱਲਦੇ ਨੇ, ਸਭ ਕੁਝ ਚੱਲਦਾ। ਮਹਾਰਾਜ ਮੇਰਾ ਕੋਈ ਪੇਸ਼ ਨਹੀਂ ਜਾ ਰਹੀ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਬਈ ਮੈਨੂੰ ਇੱਥੋਂ ਚੱਕੜ 'ਚੋਂ ਬਾਹਰ ਕੱਢੋ, ਮੈਨੂੰ ਭਰੋਸਾ ਬਖਸ਼ੋ, ਮੈਨੂੰ ਆਪਣਾ ਪਿਆਰ ਬਖਸ਼ੋ। ਪਰ ਇਹ ਬੇਨਤੀ ਜਦੋਂ ਹਿਰਦੇ ਤੋਂ ਨਿਕਲੇਗੀ, ਵਾਕਈ ਹੀ ਮੰਗਤਾ ਬਣ ਕੇ ਨਿਕਲੇਗੀ, ਤੇ ਸਤਿਗੁਰ ਦਇਆ ਕਰਦੇ।
इस करके ने फरमाया कि रविदास दास उदास अपने सतगुਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਨੇ। ਕਹਿੰਦੇ ਕਿ ਸਤਿਗੁਰ ਜੀ ਮੈਂ ਤੁਹਾਡਾ ਦਾਸ ਬਣ ਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ, ਮੇਰੀ ਪੇਸ਼ ਨਹੀਂ ਜਾ ਰਹੀ ਕਿ ਕੋਈ ਵੀ ਕਿਸੇ ਤਰ੍ਹਾਂ ਦੀ, ਤੁਸੀਂ ਕਿਰਪਾ ਕਰੋ ਮੈਨੂੰ ਇਹਨਾਂ ਔਗਣਾਂ ਤੋਂ ਉਦਾਸ ਕਰੋ। ਇੱਧਰੋਂ ਮੇਰਾ ਜਿਹੜਾ ਮਨ ਹਟ ਕੇ ਤੇ ਤੁਹਾਡੇ ਜਿਹੜਾ ਰਸਤਾ ਹੈ, ਤੁਹਾਡਾ ਗਿਆਨ ਜਿਹੜਾ ਆ ਉਹਦੇ ਤੇ ਚੱਲੇ, ਇਹਨਾਂ ਭਰਮਾਂ ਦੇ ਵਿੱਚ ਆਪਣੇ ਇਹਨਾਂ ਜਪਾਂ ਤਪਾਂ 'ਚ ਪਿਆ ਰਹੇ। ਮੈਂ ਕਿ ਰਵੀ ਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਕਿਹਾ ਕਿ ਤਜ ਭਰਮ, ਕਹਿੰਦੇ ਭਰਮਾਂ ਨੂੰ ਮਨ ਜਿਹੜਾ ਸੀ ਮੇਰਾ ਇਹ ਛੱਡ ਦੇਵੇ। ਤਪਨ ਤਪ, ਤਪਾਂ ਦੇ ਸਿਰ ਕਹਿੰਦੇ ਤਪ ਜਿਹੜਾ ਵਾ ਸਭ ਤੋਂ ਵੱਡਾ ਜਿਹੜੀ ਤਪੱਸਿਆ ਵਾ ਉਹ ਕੀ ਹੈ? ਗੁਰ ਗਿਆਨ। ਗੁਰੂ ਦੇ ਬਚਨ ਤੇ ਚੱਲਣ ਤੋਂ ਵੱਡਾ ਕੋਈ ਤਪ ਨਹੀਂ ਹੈਗਾ। ਸਤਿਗੁਰਾਂ ਨੇ ਸਾਨੂੰ ਐਡਾ ਲੰਬਾ, ਚਲੋ ਬਚਨ ਇੰਨੀਆਂ ਅਸੀਂ ਬਾਣੀਆਂ ਨਹੀਂ ਪੜ੍ਹ ਸਕਦੇ, ਇੰਨਾ ਸਾਨੂੰ ਸਮਝ ਨਹੀਂ ਹੈਗੀ, ਪਰ ਇੰਨਾ ਤੇ ਸਤਿਗੁਰਾਂ ਦੇ ਬਚਨ ਸਭ ਨੂੰ ਯਾਦ ਹੈ। ਸਤਿਗੁਰਾਂ ਨੇ ਫਰਮਾਇਆ ਸਤ ਵਚਨ ਕਰਨਾ ਸਿੱਖੀਏ। ਜੋ ਗੁਰੂ ਕਹਿੰਦਾ ਆ ਬਈ ਉਹਦੇ ਉੱਤੇ ਮਨ ਮੰਨੇ ਨਾ ਮੰਨੇ ਉੱਤੇ ਚੱਲੀਏ। ਪਰ ਜਦੋਂ ਤੱਕ ਸਾਡੇ ਮਨ ਨੂੰ ਵੀ ਉਹੀ ਚੀਜ਼ਾਂ ਆਦਤਾਂ ਪਈਆਂ ਨੇ, ਕਿਉਂ ਜੇ ਤੇ ਗੁਰੂ ਤੇ ਭਰੋਸਾ ਹੋਏਗਾ ਤੇ ਫਿਰ ਤੇ ਇਹ ਸਿੱਧਾ ਕਹੇਗਾ ਕਿ ਹਾਂ ਜੀ ਮੈਨੂੰ ਛੋਟਾ ਕੰਮ ਵਧੀਆ ਲੱਗਦਾ ਹੈ, ਜੋ ਮੈਨੂੰ ਛੋਟਾ ਦੱਸੋਗੇ ਮੈਨੂੰ ਉਹੀ ਮੈਂ ਮੰਨਣ ਨੂੰ ਤਿਆਰ ਹਾਂ। ਮੈਂ ਇੱਕ ਵਾਰੀ ਗੱਲ ਸੁਣਾਈ ਸੀ ਕਿ ਇੱਕ ਗੁਰਮਤਿ ਦੇ ਕੋਈ ਬੱਚੇ ਆਏ ਤੇ ਉਹ ਅੱਗੇ ਵੀ ਕਈ ਵਾਰੀ ਆਉਂਦੇ ਨੇ, ਚਲੋ ਗੁਰੂ ਮਹਾਰਾਜ ਜੀ ਨੇ ਵੀ ਉਹਨਾਂ ਨੂੰ ਕੋਈ ਵਚਨ ਲਾਇਆ ਸੀ ਕਿਸੇ ਤਰ੍ਹਾਂ ਦਾ। ਘਾਟ ਤੇ ਸਾਡੇ ਵਿੱਚ ਹੁੰਦੀ ਹੈ, ਗੁਰੂ ਦੇ ਵਚਨ 'ਚ ਕੋਈ ਘਾਟ ਨਹੀਂ ਹੁੰਦੀ। ਸਤਿਗੁਰਾਂ ਨੇ ਕੋਈ ਵਚਨ ਲਗਾਇਆ ਸੀ, ਉਹਦੇ ਤੇ ਨਹੀਂ ਸੀ ਚੱਲ ਰਹੇ ਪੂਰੀ ਤਰ੍ਹਾਂ, ਤੇ ਹਰ ਕੋਈ ਨਾ ਕੋਈ ਨਵੀਂ ਚੀਜ਼ਾਂ ਲੱਭਦੇ ਰਹਿੰਦੇ ਕਿ ਹੋਰ ਕੋਈ ਮਿਲ ਜੇ, ਹੋਰ ਸੌਖੀ ਮਿਲ ਜੇ, ਹੋਰ ਇਸ ਤਰ੍ਹਾਂ ਕਰਕੇ। ਪਰ ਸੌਖੀ ਗੱਲ ਦੇ ਉੱਤੇ ਜਿਹੜੀ ਚੀਜ਼ ਸਸਤੀ ਮਿਲ ਜਾਂਦੀ ਹੈ ਨਾ, ਉਹ ਤੇ ਇੰਨਾ ਵਿਸ਼ਵਾਸ ਨਹੀਂ ਹੁੰਦਾ। ਜਿਹੜੀ ਚੀਜ਼ ਮਹਿੰਗੀ ਮਿਲਦੀ ਹੈ ਨਾ, ਉਹੀ ਸਾਨੂੰ ਕੋਈ ਕੱਪੜਾ ਜਿਹੜਾ ਕੋਈ ਸਸਤਾ ਮਿਲ ਜੇ ਤੇ ਸਾਡਾ ਮਨ ਉਹਨੂੰ ਅਸੀਂ ਉਨੀ ਸੰਭਾਲ ਨਹੀਂ ਕਰਦੇ ਉਹਦੀ। ਉਹੀ ਕਦੇ ਸ਼ੋਰੂਮ ਦੇ ਵਿੱਚੋਂ ਕੋਈ ਉਹੀ ਕੱਪੜੇ 'ਤੇ ਪਾਏ ਮਾੜੀ ਮੋਟੀ ਮੋਹਰ ਲੱਗੀ ਹੋਵੇ ਕਿ ਉਹ ਸਾਨੂੰ ਉਹੀ ਚੀਜ਼ ਜਿਹੜੀ ਹੈ 200 ਵਾਲੀ 2000 'ਚ ਮਿਲ ਜਾਏ, ਤੇ ਫਿਰ ਉਹਨੂੰ ਬੜੀ ਸੰਭਾਲ ਕੇ ਰੱਖਦੇ। ਆਹ ਬੜਾ ਮਹਿੰਗਾ ਆ ਕੱਪੜਾ, ਬੜਾ ਉਹਨੂੰ ਵੱਖਰੀ ਬਾਰੀ 'ਚ ਰੱਖਾਂਗੇ, ਪ੍ਰੈਸ ਮਾਰ ਕੇ ਰੱਖਾਂਗੇ ਕਿ ਬਈ ਇਹ ਕਿਤੇ ਖਰਾਬ ਨਾ ਹੋ ਜਾਏ। ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਜਿਹੜੀ ਦਇਆ ਕਿਰਪਾ ਹੁੰਦੀ, ਜਿਹੜੀ ਸਾਨੂੰ ਸਸਤੀ ਮਿਲ ਜਾਂਦੀ ਹੈ, ਸੌਖੀ ਮਿਲ ਜਾਂਦੀ ਹੈ, ਉਹ 'ਤੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ। ਤੇ ਉਹ ਬੱਚੇ ਨੇ ਕਈ ਵਾਰੀ ਆਉਣਾ, ਜਦੋਂ ਗੱਲ ਆਉਣੀ ਉਦੋਂ ਕਹਿਣਾ ਬਈ ਮੈਂ ਬੜਾ ਸੁਣਿਆ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਹਨੂੰ ਵਚਨ ਲਾਇਆ, ਉਹ ਵੀ ਠੀਕ ਹੋ ਗਿਆ, ਉਹ ਵੀ ਹੋ ਗਿਆ, ਮੇਰੇ 'ਤੇ ਵੀ ਦਇਆ ਹੋਵੇ, ਮੇਰੇ 'ਤੇ ਵੀ ਇਸ ਤਰ੍ਹਾਂ ਹੋਵੇ। ਹੁਣ ਉਹਨੂੰ ਵੱਖਰੀ ਗੱਲ ਕਿਹੜੀ ਦੱਸੀ ਜਾਵੇ? ਗੁਰੂ ਮਹਾਰਾਜ ਜੀ ਨੇ ਤਾਂ ਸਾਨੂੰ ਭਰਮਾਂ ਤੋਂ ਦੂਰ ਕੀਤਾ, ਪਰ ਉਹ ਆਪ ਹੀ ਦੱਸਣਾ ਉਹਨੇ। ਮੈਂ ਫਲਾਣੀ ਥਾਂ 'ਤੇ ਗਿਆ ਹਾਂ, ਉੱਥੇ ਮੈਨੂੰ ਜੋਸ਼ੀ ਨੇ ਦੱਸਿਆ, ਮੈਂ ਉਹ ਵੀ ਕਰਮ ਕੀਤਾ, ਫਿਰ ਮੈਨੂੰ ਕਿਸੇ ਨੇ ਦੱਸਿਆ ਤੁਹਾਡੇ ਘਰ 'ਚ ਕੁਛ ਹੈਗਾ ਏ, ਫਿਰ ਮੈਂ ਉਹਦਾ ਹੱਲ ਕੀਤਾ, ਉਹ ਜਿਸ ਤਰ੍ਹਾਂ ਕੀਤਾ ਉਹ ਵੀ ਕੀਤਾ, ਫਿਰ ਕਿਸੇ ਨੇ ਕਿਹਾ ਤੇਰੇ 'ਤੇ ਕੁਛ ਕੀਤਾ ਏ, ਫਿਰ ਉਹਨਾਂ ਨੇ ਆਹ ਹਵਨ ਕੀਤਾ, ਮੈਂ ਉਹ ਵੀ ਕੀਤਾ, ਮੈਨੂੰ ਕੋਈ ਫਰਕ ਨਹੀਂ ਪਿਆ। ਤੇ ਮੈਂ ਉਹਨੂੰ ਇੱਕੋ ਗੱਲ ਮੈਂ ਕਿਹਾ ਕਿ ਬਈ ਜੋ ਗੁਰਮਤਿ ਦਾ ਬਚਨ, ਗੁਰਮਤਿ ਜੋ ਕਹਿੰਦੇ ਨੇ ਆਪਾਂ ਉੱਤੇ ਚੱਲੀਏ। ਆਪਾਂ ਸਾਨੂੰ ਇੰਨਾ ਕਰਮਾਂ ਕਰਨ ਦੀ ਗੁਰਮਤਿ ਨੇ ਸਾਨੂੰ ਥੋੜ੍ਹਾ ਆਖਿਆ ਕਿ ਤੁਸੀਂ ਕਬਰਾਂ ਨੂੰ ਪੂਜੋ, ਤੁਸੀਂ ਮੜੀਆਂ 'ਤੇ ਜਾਓ, ਜਾਂ ਕੋਈ ਕਿਸੇ ਇਹੋ ਜਿਹੇ ਕੰਮ ਕਰੋ। ਮੈਂ ਗੁਰਮਤਿ ਨੇ ਸਾਨੂੰ ਕਹਿੰਦਾ ਵੀ ਮੇਰੇ ਪੈਸੇ ਬੜੇ ਬਰਬਾਦ ਹੋਏ, ਮੈਨੂੰ ਫਰਕ ਨਹੀਂ ਪਿਆ, ਕੁਛ ਨਹੀਂ, ਮੇਰੇ 'ਤੇ ਕਿਰਪਾ ਕਰੋ। ਚਲੋ ਇੱਕ ਵਾਰੀ ਕੋਈ ਉਹਨੂੰ ਗੁਰਮਤਿ ਦੇ ਬਚਨ ਜੋ ਉਹਨੂੰ ਲਾਇਆ ਸੀ ਉਹੀ ਉਹਨੂੰ ਦੱਸਿਆ ਕਿ ਬਈ ਤੁਹਾਨੂੰ ਗੁਰੂ ਮਹਾਰਾਜ ਜੀ ਨੇ ਆਹ ਹੁਕਮ ਲਾਇਆ ਹੈ, ਆਇਆ ਕਰੋ ਤੁਸੀਂ ਇਸ ਹਿਸਾਬ ਦੇ ਨਾਲ, ਤੇ ਆਹ ਜਿਹੜਾ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਦੱਸਿਆ ਹੈ, ਬਸ ਆਹ ਬੇਨਤੀ ਕਰਿਆ ਕਰੋ ਉੱਠ ਕੇ। ਪਰ ਮਨ ਚੱਲਦਾ ਨਹੀਂ। ਫਿਰ ਆ ਕੇ ਇੱਕ ਵਾਰੀ ਕਹਿਣ ਲੱਗੇ ਇਸੇ ਤਰ੍ਹਾਂ, ਤੇ ਮੈਨੂੰ ਯਾਦ ਹੈ ਮੈਂ ਉਹਨੂੰ ਇੱਥੇ ਨੀਚੇ ਕਮਰੇ 'ਚ ਬੈਠੇ ਸਾਂ, ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਇਸ ਤਰ੍ਹਾਂ ਕਰੇ ਕਿ ਤੁਸੀਂ ਨਾ ਸਵੇਰੇ ਉੱਠਿਓ, ਸੌਖਤੇ ਉੱਠ ਕੇ ਰਾਤੀ ਇੱਕ ਪਾਣੀ ਰੱਖ ਲੈਣਾ ਕਿਸੇ ਚੀਜ਼ ਦੇ ਵਿੱਚ, ਰੱਖ ਲਓ ਕਿਤੇ ਵੀ ਗੁਰਮਤਿ ਸਰੂਪਾਂ ਲਾ ਕੇ, ਜਿੱਥੇ ਤੁਹਾਡਾ ਪੂਜਾ ਵਾਲਾ ਕਮਰਾ ਉੱਥੇ ਪਾਣੀ ਰੱਖੋ, ਗੁਰਮਤਿ ਦਾ ਜਲ ਲੈ ਕੇ ਰੱਖ ਲਓ, ਕੁਛ ਵੀ। ਮੈਂ ਜਿਸ ਤਰ੍ਹਾਂ ਕਿਹਾ, ਮੈਂ ਪਾਣੀ ਰੱਖ ਲਓ, ਤੇ ਸਵੇਰੇ ਇਸ ਤਰ੍ਹਾਂ ਕਰਨਾ ਹੈ, ਤੜਕੇ ਉੱਠਣਾ ਹੈ, ਸਵੇਰੇ ਸੌਖਤੇ ਉੱਠ ਕੇ ਤੇ ਉੱਥੇ 10 ਮਿੰਟ ਬੈਠ ਕੇ, ਤੇ ਜਿਹੜਾ ਵੀ ਤੁਹਾਨੂੰ ਦੁੱਖ ਹੈ ਜਾਂ ਜਿਹੜੀ ਵੀ ਚੀਜ਼ ਆ ਉਹ ਇੱਕ ਵਾਰੀ ਬੋਲ ਕੇ ਨਾ ਅਗਰਬੱਤੀ ਪਹਿਲਾਂ ਦਿਖਾ ਲੈਣੀ ਹੈ। ਮੈਂ 5 ਅਗਰਬੱਤੀਆਂ ਦਿਖਾ ਲੈਣੀਆਂ ਨੇ, 5 ਅਗਰਬੱਤੀਆਂ ਜਗਾ ਕੇ ਤੇ ਉਹ ਬਈ ਬੇਨਤੀ ਕਰਨੀ ਹੈ। ਬੇਨਤੀ ਕਰਕੇ ਤੇ 5 ਵਾਰੀ ਉਹਦੇ ਗੁਰੂ ਮਹਾਰਾਜ ਦੇ ਸਰੂਪ ਆ ਕੇ ਕਰਨੀ ਹੈ। 5 ਵਾਰੀ ਕਰਕੇ
ਤੇ ਮੈਂ ਕਿਹਾ ਫਿਰ ਉਹਨੂੰ ਚੁੱਕ ਕੇ ਪਾਣੀ ਵਾਲਾ ਗਲਾਸ ਆ ਤੇ ਪਿੱਠ ਨਹੀਂ ਕਰਨੀ, ਪਿੱਛੇ ਨੂੰ ਆ ਜਾਣਾ ਉੱਤੇ। ਸਾਰਾ ਦੱਸ ਦਿੱਤਾ ਕਿ ਏਦਾਂ ਕਰਕੇ ਫਿਰ ਕੋਠੇ ਤੇ ਜਾਣਾ ਹੈ, ਕੋਠੇ ਤੇ ਜਾ ਕੇ ਇੱਧਰ ਨੂੰ ਮੂੰਹ ਕਰਕੇ ਤੇ ਆਪਾਂ ਛੱਟਾ ਦੇਣਾ ਹੈ, ਫਿਰ ਸਾਰੇ ਪਾਸੇ ਘੁੰਮ ਕੇ ਛੱਟਾ ਦੇਣਾ ਹੈ, ਏਦਾਂ ਏਦਾਂ ਕਰਨਾ। ਕਰਦਿਆਂ ਕਰਦਿਆਂ ਫਿਰ ਇਸ ਤਰ੍ਹਾਂ ਮਤਲਬ ਪੂਰਾ ਦੱਸ ਦਿੱਤਾ। ਬੜੇ ਧਿਆਨ ਨਾਲ ਸੁਣਿਆ ਉਹਨੇ, ਬੜੇ ਧਿਆਨ ਨਾਲ ਸੁਣ ਕੇ ਕਹਿੰਦਾ ਮੈਨੂੰ ਨਾ ਮਾੜਾ ਜਿਹਾ ਚੇਤਾ ਨਾ ਭੁੱਲ ਜਾ, ਮੈਂ ਲਿਖ ਨਾ ਲਵਾਂ ਇੱਕ ਵਾਰੀ। ਬੜਾ ਉਹਨੂੰ ਆਇਆ। ਜਦੋਂ ਸਾਰੀ ਗੱਲਬਾਤ ਹੋ ਗਈ ਤੇ ਮੈਂ ਕਿਹਾ ਬਸ ਏਦਾਂ ਏਦਾਂ ਕਰਨਾ ਵਾ, ਮਹੀਨੇ 'ਚ 5 ਵਾਰੀ ਕਰਨਾ, ਬਸ 5 ਵਾਰੀ ਕਰਨਾ ਵਾ ਤੇ ਉਸ ਤੋਂ ਬਾਅਦ ਤੂੰ ਆਹ ਕੰਮ ਏਦਾਂ ਏਦਾਂ ਕਰਦੀ, ਤੇਰਾ ਠੀਕ ਹੋ ਜਾਊਗਾ। ਉਹਨੂੰ ਮਤਲਬ ਉਹਦੇ ਚਿਹਰੇ ਤੇ ਹੀ ਉਸੇ ਵੇਲੇ ਰੰਗਤ ਬਦਲ ਗਈ ਉਹਦੀ। ਉਸੇ ਵੇਲੇ ਜਦੋਂ ਉਹਨੇ ਸਭ ਕੁਝ ਕਿਹਾ, ਮੈਂ ਉਹਨੂੰ ਵੈਸੇ ਬਾਅਦ 'ਚ ਕਿਹਾ, ਮੈਂ ਕਿਹਾ ਬਿਲਕੁਲ ਠੀਕ ਹੈ। ਕਹਿੰਦਾ ਨਹੀਂ ਮੈਨੂੰ ਵਾਕਿਆ ਲੱਗ ਰਿਹਾ। ਕਹਿੰਦਾ ਤੁਸੀਂ ਦੱਸਿਆ ਜਿਹੜਾ ਮੈਨੂੰ ਵਾਕਿਆ ਲੱਗ ਰਿਹਾ ਕਿ ਹੁਣ ਏਦਾਂ ਫਰਕ ਪਏਗਾ। ਕਹਿੰਦਾ ਮੈਨੂੰ ਅੱਗੇ ਵੀ ਇਸ ਤਰ੍ਹਾਂ ਜਿਹਾ ਮਾੜਾ ਜਿਹਾ ਕਿਸੇ ਨੇ ਕਿਹਾ ਸੀ, ਪਰ ਮੇਰੇ ਕੋਲ ਨਾ ਸਹੀ ਤਰ੍ਹਾਂ ਹੋਇਆ ਨਹੀਂ ਲੱਗਦਾ ਕਿ। ਫਿਰ ਮੈਂ ਉਹਨੂੰ ਬਿਠਾ ਕੇ ਦੱਸਿਆ, ਮੈਂ ਕਿਹਾ ਕੁਛ ਨਹੀਂ ਹੋਣਾ ਇਹਦੇ ਨਾਲ। ਮੈਂ ਕਿਹਾ ਜੇ ਤੈਨੂੰ ਮੈਂ ਉਹੀ ਕਹਿ ਦਿੰਦਾ ਨਾ, ਜੇ ਤੈਨੂੰ ਮੈਂ ਆਰਾਮ ਨਾਲ ਕਹਿ ਦਿੰਦਾ ਕਿ ਬਈ ਤੂੰ ਗੁਰੂ ਮਹਾਰਾਜ ਦੇ ਸਰੂਪਾਂ ਦੇ ਸਾਹਮਣੇ ਬੈਠ ਕੇ ਜਾਂ ਉੱਦਾਂ ਹੀ ਆਪਣੇ ਕਮਰੇ 'ਚ ਹੀ ਬੈਠ ਕੇ ਬੈੱਡ 'ਤੇ ਗੁਰੂ ਮਹਾਰਾਜ ਜੀ ਅੱਗੇ ਅਰਜ਼ ਕਰੀ, ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀ, ਮੇਰਾ ਕੋਈ ਵੱਸ ਨਹੀਂ ਹੈ, ਮੈਂ ਸਾਰੇ ਕਰਮ ਕਰ ਲਏ ਨੇ, ਮੇਰੀ ਨਹੀਂ ਪੇਸ਼ ਜਾ ਰਹੀ ਮਹਾਰਾਜ ਜੀ, ਹੋਰ ਮੈਂ ਕੀ ਇੰਨੇ ਅੱਗੇ ਕਰ ਲਏ ਨੇ, ਹੋਰ ਵੀ ਕਰਾਂਗਾ, ਕੋਈ ਨਹੀਂ ਸਿਰੇ ਚੜ੍ਹਨਾ ਜਦੋਂ ਤੱਕ ਤੁਸੀਂ ਦਇਆ ਨਹੀਂ ਕਰੋਗੇ। ਜਦੋਂ ਤੱਕ ਤੁਹਾਡੀ ਕਿਰਪਾ ਨਹੀਂ ਹੋਏਗੀ ਉਦੋਂ ਤੱਕ ਕੁਛ ਨਹੀਂ ਜੇ ਹੋਣਾ, ਬਸ ਮੇਰੀ ਬਾਂਹ ਫੜੋ। ਮੈਂ ਕਿਹਾ ਜੇ ਤੈਨੂੰ ਮੈਂ ਉੱਦਾਂ ਕਹਿ ਦਿੰਦਾ ਨਾ, ਤੈਨੂੰ ਵਿਸ਼ਵਾਸ ਨਹੀਂ ਸੀ, ਤੂੰ ਕਹਿਣਾ ਸੀ ਲੈ ਇਹ ਤਾਂ ਮੈਂ ਰੋਜ਼ ਹੀ ਕਰਦਾ। ਮੈਂ ਕਿਹਾ ਹੁਣ ਇੰਨੀਆਂ ਕੁਛ ਤੈਨੂੰ ਕਿਹਾ ਹੈ, ਹੋਰ ਕੋਈ ਤੈਨੂੰ ਮੈਂ ਕਹਿ ਦਿੰਦਾ 5 ਪੇੜੇ ਫੜ ਲਈ, ਆਹ ਕਰ ਲਈ, ਹੋਰ ਯਕੀਨ ਤੇਰਾ ਵੱਧ ਆਉਣਾ ਸੀ ਤੇਰਾ। ਇਸੇ ਤਰ੍ਹਾਂ ਸਾਡੇ ਉੱਤੇ ਮਨ 'ਚ ਵਿਸ਼ਵਾਸ ਨਹੀਂ ਆਉਂਦਾ। ਮੈਂ ਕਈ ਵਾਰੀ ਕਿਹਾ ਕਿ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਸਤਿਗੁਰਾਂ ਨੇ ਕਦੀ ਕੋਈ ਦਇਆ ਨਹੀਂ ਕੋਈ ਕੀਤੀ, ਕਦੀ ਨਹੀਂ ਸਾਨੂੰ ਕੁਛ ਜਿਤਾਇਆ। ਮਨ ਢੀਠ ਹੈ, ਮਨ ਫਿਰ ਬਾਰ-ਬਾਰ ਉਹਨਾਂ ਚੀਜ਼ਾਂ ਤੋਂ ਪਛਾਣ ਸੁੱਟਦਾ ਹੈ ਸਾਨੂੰ। ਸਤਿਗੁਰਾਂ ਦੀ ਦਇਆ ਕਿਰਪਾ ਇੰਨੀ ਵਾਰੀ ਹੁੰਦੀ ਹੈ, ਉਹਦਾ ਯਕੀਨ ਨਹੀਂ ਆਉਂਦਾ। ਕੋਈ ਇੱਕ ਵਾਰੀ ਕੋਈ ਗੱਲ ਮਾੜੀ ਜੀ ਕੋਈ ਕਰ ਦਿੰਦਾ ਐਸੀ, ਉਹ 'ਤੇ ਸਾਨੂੰ ਵਿਸ਼ਵਾਸ ਹੋ ਜਾਂਦਾ, ਭਰੋਸਾ ਹੋ ਜਾਂਦਾ। ਤੇ ਅਸੀਂ ਦੇਖੀਏ ਹਿੱਤ ਕਿਹਦੇ ਨਾਲ ਹੈ ਸਾਡਾ। ਸੰਸਾਰੀ ਤੌਰ 'ਤੇ ਆਪਣੇ ਘਰ ਦੇ ਮੈਂਬਰ ਕੋਲ ਹਿੱਤ ਹੁੰਦਾ ਨਾ ਜਿਹਦੇ ਨਾਲ, ਬਾਹਰਲਾ ਸਾਨੂੰ ਕੋਈ ਗੱਲ ਕਵੇ, ਆਪਣਾ ਘਰ ਦਾ ਕੋਈ ਕਹੇ ਸਾਨੂੰ ਹਿੱਤ, ਅਸੀਂ ਉਹਦੀ ਗੱਲ ਮੰਨ ਲੈਂਦੇ ਹਾਂ। ਪਰ ਜੇ ਹਿੱਤ ਕਿਸੇ ਬਾਹਰ ਵਾਲੇ ਨਾਲ ਆ ਤੇ ਫਿਰ ਅਸੀਂ ਉਹਦੀ ਮੰਨਦੇ। ਇਸੇ ਤਰ੍ਹਾਂ ਹੀ ਜੇ ਗੁਰੂ ਨਾਲ ਹਿੱਤ ਹੋਵੇ, ਜੇ ਗੁਰੂ ਦੇ ਬਚਨਾਂ ਨਾਲ ਹਿੱਤ ਹੋਵੇ, ਤੇ ਫਿਰ ਸਾਨੂੰ ਕਿੱਥੇ ਜਾਣ ਦੀ ਲੋੜ ਹੈ। ਮੈਂ ਕਈ ਵਾਰੀ ਕਿਹਾ ਸਤਿਗੁਰਾਂ ਦੇ ਬਚਨ ਜਿਹੜੇ ਆ ਅਸੀਂ ਸਾਰੇ ਜਾਣਦੇ ਹਾਂ, ਕੀ ਨਹੀਂ ਕੋਈ ਸਤਿਗੁਰਾਂ ਨੇ ਕੋਈ ਐਸੇ ਕੋਈ ਦਇਆ ਕੀਤੀ। ਬੜੀਆਂ ਬੜੀਆਂ ਐਸੀਆਂ ਬਿਮਾਰੀਆਂ ਜਿਨ੍ਹਾਂ ਤੋਂ ਲੋਕੀ ਤੜਫਦੇ ਫਿਰਦੇ ਨੇ, ਕਈ ਥਾਵਾਂ ਤੋਂ ਜਾ ਕੇ ਆ ਗਏ ਨੇ, ਗੁਰੂ ਮਹਾਰਾਜ ਕਿਰਪਾ ਕੀਤੀ, ਸਹਿਜ ਨਾਲ ਹੀ। ਕੋਈ ਇਹ ਨਹੀਂ ਕੋਈ ਇੱਧਰ ਕੋਈ ਫਾਂਡੇ ਕੀਤੇ ਜਾਂ ਕੋਈ ਇਸ ਤਰ੍ਹਾਂ ਕੋਈ ਕੀਤਾ, ਸਹਿਜ ਨਾਲ ਹੀ, ਉਸ ਭਾਵ ਨਾਲ ਹੀ ਉਹ ਦੂਰ ਕਰ ਦਿੱਤੇ ਬਚਨ ਮਨਾ ਕੇ ਆਪਣਾ। ਤੇ ਜੇ ਬਈ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਆ ਜਾਈਏ ਤੇ ਸਤਿਗੁਰ ਦਇਆ ਕਰਦੇ ਨੇ। ਜਿੱਥੇ ਕੋਈ ਸਿਫਾਰਿਸ਼ ਨਹੀਂ, ਕੁਛ ਨਹੀਂ ਚੱਲਦਾ, ਉੱਥੇ ਸਤਿਗੁਰਾਂ ਦਾ ਬਚਨ ਚੱਲਦਾ, ਉਹਨਾਂ ਦਾ ਹੁਕਮ ਚੱਲਦਾ। ਉੱਥੇ ਤਾਂ ਫਰਮਾਇਆ ਰਵੀਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਕਹਿੰਦੇ ਕਿ ਗੁਰੂ ਦਾ ਜਿਹੜਾ ਜੋ ਬਚਨ ਨੇ, ਉਹੀ ਗਿਆਨ ਜਿਹੜਾ ਤਪਾਂ ਦੇ ਸਿਰ ਤਾਪਿਆ, ਉਹਦੋਂ ਵੱਡਾ ਤਪੱਸਿਆ ਹੋਰ ਕੋਈ ਨਹੀਂ। ਅਸੀਂ ਇਤਿਹਾਸ ਖੋਲ ਕੇ ਦੇਖੀਏ, ਮੈਂ ਕਈ ਵਾਰੀ ਦੱਸਿਆ ਹੈ ਕਿ ਅਸੀਂ ਇਤਿਹਾਸ ਦੇਖੀਏ, ਪੜ੍ਹੀਏ ਸਹੀ ਕਿਹੜੇ ਦੂਸਰੇ ਪਾਤਸ਼ਾਹੀ ਨੇ ਕਿਹੜਾ ਤਪੱਸਿਆ ਕੀਤੀ, ਕਿੱਥੇ ਤਪੱਸਿਆ ਕੀਤੀ, ਤੀਸਰੇ ਪਾਤਸ਼ਾਹੀ ਨੇ ਕਿਹੜੀ ਕੀਤੀ, ਚੌਥੇ ਪਾਤਸ਼ਾਹ ਜਿੰਨਾ ਵੀ ਬਾਣੀ ਪੜ੍ਹ ਕੇ ਦੇਖੀ ਉਹਨਾਂ ਨੂੰ, ਕਿਤੇ ਉਹਨਾਂ ਨੇ ਸਿਰਫ ਕੀ ਸਤ ਬਚਨ ਕੀਤਾ ਆਪਣੇ ਗੁਰੂ। ਜਿਹੜੀ ਸੇਵਾ ਲੱਗ ਗਈ, ਜੋ ਬਚਨ ਲੱਗ ਗਿਆ, ਦੂਸਰੇ ਪਾਤਸ਼ਾਹ ਨੇ ਸਤ ਬਚਨ ਕੀਤਾ। ਜਿੱਥੇ ਜਿੱਥੇ ਜੋ ਕਿਹਾ, ਦਿਨ ਨੂੰ ਰਾਤ ਕਿਹਾ, ਰਾਤ ਨੂੰ ਦਿਨ ਕਿਹਾ, ਸਤ ਬਚਨ ਜੀ। ਜੇ ਕਿਹਾ ਦਰਖਤ ਨੂੰ ਚੜ੍ਹ ਕੇ ਬਰਫੀਆਂ ਝਾੜੋ, ਤੇ ਮਨ ਨਹੀਂ ਅੱਗੇ ਪੇਸ਼ ਕੀਤਾ ਕਿ ਹੈ ਤੇ ਬਈ ਗਲਤੀ ਹੈ, ਤਰਕ ਨਾਲ ਤੇ ਗਲਤੀ, ਦਰਖਤਾਂ ਨੂੰ ਬਰਫੀਆਂ ਲੱਗਦੀਆਂ ਨੇ, ਪਰ ਗੁਰੂ ਦਾ ਬਚਨ ਸੀ ਕੀਤਾ। ਜੇ ਕਿਹਾ ਮੁਰਦਾ ਖਾਓ ਤੇ ਠੀਕ ਹੈ, ਸਤ ਬਚਨ ਹੈ ਜੀ। ਤੀਸਰੇ ਪਾਤਸ਼ਾਹ ਸੀ, ਇੰਨੀ ਬਿਰਧ ਅਵਸਥਾ ਸੀ ਤੇ ਸੇਵਾ ਲੱਗ ਗਈ ਪਾਣੀ ਦੀ ਧੋਣ ਦੀ, ਉੱਜੜ ਨਹੀਂ ਕੀਤਾ ਕਿ ਮਹਾਰਾਜ ਜੀ ਮੈਨੂੰ ਹੋਰ ਕੋਈ ਸੌਖੀ ਸੇਵਾ ਦੇ ਦਿਓ, ਇੰਨੇ ਮੀਲ ਰੋਜ਼ ਮੈਂ ਤੁਰ ਕੇ ਜਾਵਾਂ, ਇੰਨੀ ਸਵੇਰੇ ਉੱਠਾਂ, ਰਾਤ ਨੂੰ ਮੇਰੀ ਨੀਂਦ ਨਹੀਂ ਪੂਰੀ ਹੁੰਦੀ, ਮੇਰਾ ਸਰੀਰ ਨਹੀਂ ਠੀਕ, ਮੈਂ ਬਜ਼ੁਰਗ ਗਿਆ, ਸੇਵਾ ਹੀ ਲੈਣੀ, ਤੁਸੀਂ ਹੋਰ ਕੋਈ ਲੈ ਲਓ। ਸਤ ਬਚਨ ਕੀਤਾ ਬਸ ਇੱਕ।
ਜੋ ਉਹਨਾਂ ਨੇ ਫਰਮਾਇਆ ਬਈ ਠੀਕ ਹੈ ਸਰ ਬਾਲੋ ਉਹਨਾਂ ਨੇ ਜਦੋਂ ਸਾਡੇ ਮਨ ਨੂੰ ਜੇ ਤੇ ਇਹ ਹੋਏਗਾ ਕਿ ਸੇਵਾ ਮੈਂ ਕਰਨੀ ਹੈ ਤੇ ਮੈਂ ਤਾਂ ਪਹਿਲਾਂ ਆ ਗਈ ਫਿਰ ਨਹੀਂ ਹੋਣੀ ਹੈਗੀ, ਤੇ ਜੇ ਵਿਸ਼ਵਾਸ ਹੋਏਗਾ ਕਿ ਜਿਹਨੇ ਲਾਈ ਹੈ ਕਰਾਉਣੀ ਉਹਨੇ ਆ ਤੇ ਫਿਰ ਜਿੱਡੀ ਮਰਜ਼ੀ ਹੋ ਸਕਦੀ ਹੈ। ਜਿਹੜੇ ਜਿਹੜੇ ਵੀ ਬਚਨਾਂ ਦੇ ਉੱਤੇ ਵਿਸ਼ਵਾਸ ਆ ਜਾਂਦਾ ਜਨੋਂ ਕਿ ਬਈ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ, ਕਿ ਮੇਰਾ ਤੇ ਵਿੱਚ ਹੈ ਹੀ ਨਹੀਂ ਕੁਛ, ਮੈਂ ਵਿੱਚ ਨਹੀਂ ਆ, ਜੋ ਕੁਛ ਕਰਨਾ ਤੂੰ ਹੀ ਕਰਨਾ, ਠੀਕ ਹੈ ਜੇ ਹੁਕਮ ਦਾ ਆਇਆ ਤੇ ਤੁਸੀਂ ਕਰਵਾ ਲਓ। ਵਿਸ਼ਵਾਸ ਹੋਏਗਾ ਤੇ ਜੇ ਦੂਸਰੇ ਪਾਤਸ਼ਾਹ ਨੂੰ ਵਿਸ਼ਵਾਸ ਸੀ ਤੇ ਅੱਧੀ ਰਾਤ ਨੂੰ ਕਿਹਾ ਕੱਪੜੇ ਸੁਕਾ ਕੇ ਲਿਆਓ, ਤੇ ਇਤਿਹਾਸ 'ਚ ਕਹਿੰਦੇ ਆ ਕਿ ਅੱਧੀ ਰਾਤ ਨੂੰ ਹੀ ਸੂਰਜ ਚੜਿਆ, ਉਹਨਾਂ ਦੇ ਕੱਪੜੇ ਸੁੱਕੇ, ਬਾਕੀਆਂ ਵਾਸਤੇ ਨਾ ਚੜਿਆ ਹੋਊਗਾ ਨਾ ਚੜਿਆ ਹੋਏਗਾ, ਪਰ ਉਹਨਾਂ ਵਾਸਤੇ ਹੋਇਆ। ਜੇ ਸਾਡਾ ਮਨ ਵਿਸ਼ਵਾਸ ਕਰੇ ਉੱਤੇ ਚੱਲ ਪਏ ਤੇ ਸਤਿਗੁਰੂ ਕਿਰਪਾ ਕਰਦੇ ਨੇ, ਦਇਆ ਕਰਦੇ ਨੇ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਜਿਹੜਾ ਤਪੱਸਿਆ ਤਪ ਕੋਈ ਵੀ ਸ਼ੁਭ ਕਰਮ ਸਭ ਤੋਂ ਵੱਡਾ ਕੀ ਹੈ? ਗੁਰੂ ਗਿਆਨ। ਗੁਰੂ ਦਾ ਜਿਹੜਾ ਸਾਨੂੰ ਵਚਨ ਲਗਾਇਆ ਹੈ, ਜੋ ਸਾਨੂੰ ਵਚਨ ਕਹਿੰਦੇ ਨੇ ਉਹ ਮੰਨੀਏ, ਸਤ ਵਚਨ ਕਰੀਏ, ਉਸ ਤੋਂ ਵੱਡੀ ਹੋਰ ਕੋਈ ਤਪੱਸਿਆ ਨਹੀਂ ਹੈ। ਅੱਗੇ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ, ਕਿ ਹੇ ਸਤਿਗੁਰੂ ਜੀ ਦਇਆ ਕਰੋ, ਤੁਹਾਡੇ ਭਗਤ ਜਿਹੜੇ ਨੇ, ਤੁਹਾਡੇ ਬੱਚੇ ਜਿਹੜੇ ਨੇ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਨੇ, ਤੁਸੀਂ ਕਿਰਪਾ ਕਰਕੇ ਸਾਡੇ ਭੈ ਜਿਹੜੇ ਆ, ਇਹਨਾਂ ਦਾ ਡਰ ਜਿਹੜੇ ਇਹਨਾਂ ਦਾ ਨਾਸ਼ ਕਰੋ। ਕਿੰਨੇ ਤਰ੍ਹਾਂ ਦੇ ਸਾਡੇ ਅੰਦਰ ਡਰ ਨੇ, ਬੜੇ ਬੜੇ ਜਿਹੜੇ ਭਲਵਾਨ ਵੀ ਆ ਉਹਨਾਂ ਦੇ ਅੰਦਰ ਵੀ ਸੂਖਸ਼ਮ ਡਰ ਜਿਹੜੇ ਬੈਠੇ ਪਏ ਨੇ। ਉੱਤੋਂ ਅਸੀਂ ਬੜੀ ਬਾਹਾਂ ਚੌੜੇ ਕਰਕੇ ਕਹਿੰਦੇ ਨਹੀਂ ਸਾਨੂੰ ਨਹੀਂ ਕਿਸੇ ਨੂੰ ਡਰ, ਸਾਨੂੰ ਨਹੀਂ ਡਰ, ਹਨੇਰੇ 'ਚ ਜਾਂਦੇ ਆ ਮਾੜਾ ਜਿਹਾ ਕੋਈ ਵਾਜੇ ਕੋਈ ਚੀਜ਼ ਤਾਂ ਅਸੀਂ ਐਂ ਤਪਕ ਜਾਂਦੇ ਹਾਂ ਸਾਰੇ। ਮਾੜਾ ਜਿਹਾ ਕੋਈ ਕੰਮ, ਕੋਈ 4 ਦਿਨ ਕੋਈ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, 4 ਦਿਨ ਕੰਮ ਨਹੀਂ ਹੋ ਰਿਹਾ, ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ, ਮਨ 'ਚ ਕਈ ਭਰਮ ਉੱਠਣੇ ਸ਼ੁਰੂ ਹੋ ਜਾਂਦੇ, ਪਤਾ ਨਹੀਂ ਕਿਸੇ ਨੇ ਕੁਛ ਕੀਤਾ ਨਾ ਹੋਵੇ। ਗੁਰਮਤਿ ਸੰਗੀਆਂ ਅਸੀਂ ਸਾਰੇ ਦੇਖਦੇ ਹਾਂ, ਬੜੇ ਇਸ ਤਰ੍ਹਾਂ ਹੁੰਦੇ ਨੇ ਰੋਜ਼ ਹੀ। ਬਾਹਰ ਜਾਣਾ ਹੁੰਦਾ, ਫਾਈਲਾਂ ਲਾਈਆਂ ਹੁੰਦੀਆਂ ਨੇ, ਟੈਸਟ ਪਾਸ ਕੀਤੇ ਹੁੰਦੇ ਨੇ, 1-2 ਵਾਰੀ ਕੋਈ ਕੰਮ ਇਸ ਤਰ੍ਹਾਂ ਕੋਈ ਨਹੀਂ ਬਣਦਾ, ਤੀਸਰੀ ਵਾਰੀ ਮਨ 'ਚ ਆ ਜਾਂਦਾ ਕਿਸੇ ਨੇ ਯਾਰ ਬੰਨਿਆ ਪਿਆ ਕੰਮ, ਕਿਸੇ ਨੇ ਕੁਛ ਕੀਤਾ ਪਿਆ ਬਾਹਰ ਨਾ ਜਾ ਸਕੇ, ਕਿਸੇ ਦਾ ਵਿਆਹ ਨਹੀਂ ਹੋ ਰਿਹਾ, ਉਹਨੂੰ ਆ ਜਾਂਦਾ ਕਿ ਨਹੀਂ ਜੀ ਕਿਸੇ ਨੇ ਕੀਤਾ ਹੋਵੇ, ਲੱਖ ਵਾਰੀ ਕੀਤਾ ਹੋਵੇ, 1000 ਵਾਰ ਕੀਤਾ ਹੋਵੇ, ਕੀਤਾ ਕਰੂਗਾ ਕੀ? ਜੇ ਸਤਿਗੁਰਾਂ ਦੇ ਬਚਨ ਤੇ ਚੱਲਦੇ ਹੋਈਏ ਤੇ ਫਿਰ ਉਹੀ ਚੱਲੇਗਾ, ਫਿਰ ਗੁਰੂ ਦਾ ਕੀਤਾ ਹੋਣਾ, ਕਿਸੇ ਦਾ ਕੀਤਾ ਨਹੀਂ ਹੋਣਾ ਕੁਛ। ਪਰ ਇਹ ਗੱਲ ਕਦੋਂ ਬਣਨੀ ਹੈ? ਜਦੋਂ ਮਨ 'ਚ ਵਿਸ਼ਵਾਸ ਭਰੋਸਾ ਆਏਗਾ। ਜੇ ਸਾਨੂੰ ਲੋਕਾਂ ਤੇ ਮਾਣ ਜ਼ਿਆਦਾ ਆ, ਜਾਦੂ ਟੂਣਿਆਂ ਤੇ ਜ਼ਿਆਦਾ ਭਰੋਸਾ ਹੈ, ਤੇ ਫਿਰ ਤੇ ਬਈ ਉਹੀ ਚੱਲੇਗਾ। ਜੇ ਗੁਰੂ ਤੇ ਭਰੋਸਾ ਹੈ ਫਿਰ ਦੁਨੀਆ ਦੀ ਜਿਹੜੀ ਮਰਜ਼ੀ ਤਾਕਤ ਆ ਜਾਏ। ਸਤਿਗੁਰੂ ਬੜੇ ਮਾਣ ਨਾਲ ਕਹਿੰਦੇ ਨੇ ਕਿ ਪ੍ਰਾਹੁਣਾ ਕਿ ਬਈ ਇਹ ਜਮਰਾਜ ਵੀ ਇਹਦੇ ਸਾਹਮਣੇ ਖੜਾ ਹੋ ਜਾਏ ਤੇ ਇਹਦੇ ਮਨ ਡੋਲੇ ਨਾ, ਇਹ ਜਮਰਾਜ ਦੇ ਸਿਰ ਤੇ ਪੈਰ ਰੱਖ ਕੇ ਅੱਗੇ ਲੰਘ ਜਾਏਗਾ, ਇਹਦਾ ਰਸਤਾ ਨਹੀਂ ਰੋਕ ਸਕਦਾ ਜਮਰਾਜ। ਚੱਲੀ ਉਹ ਆਈ, ਉਹ ਹਨੇਰੀਆਂ ਹੁੰਦੀਆਂ ਨੇ, ਕਈ ਕੁਛ ਆਉਂਦੇ, ਪਰ ਇਹਨੂੰ ਅਖਾੜ ਨਹੀਂ ਸਕਦੀਆਂ। ਜਿੰਨੇ ਮਰਜ਼ੀ ਤੂਫਾਨ ਆਉਣ, ਆਪਣੇ ਗੁਰੂ ਦਾ ਮਾਣ ਇਹਦੇ ਹੋਵੇ। ਉਹਨੇ ਫਰਮਾਇਆ ਕਿ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਹੈ ਸਤਿਗੁਰੂ ਜੀ ਇਸ ਚੀਜ਼ ਦਾ ਨਿਦਾਨ ਕਰੋ, ਮਨ 'ਚ ਮੇਰੇ ਬੜੇ ਤਰ੍ਹਾਂ ਦੇ ਡਰ ਨੇ, ਬਹੁਤ ਕੁਛ ਮੇਰੇ ਮਨ ਦੇ ਵਿੱਚ ਸਾਡੇ ਹੈਗੇ ਨੇ, ਬਸ ਤੁਸੀਂ ਕਿਰਪਾ ਕਰੋ, ਦਇਆ ਕਰਕੇ ਇਹਨਾਂ ਡਰਾਂ ਨੂੰ ਖਤਮ ਕਰਕੇ ਤੇ ਉਸ ਪਰਮ ਆਨੰਦ ਜਿਹੜਾ ਹੈ ਉਹਦੇ ਨਾਲ ਸਾਨੂੰ ਮਿਲਾ ਦਿਓ। ਕਿਉਂਕਿ ਜਦੋਂ ਤੱਕ ਅੰਦਰ ਡਰ ਨੇ ਉਦੋਂ ਤੱਕ ਆਨੰਦ ਨਹੀਂ ਆ ਸਕਦਾ। ਕਿਸੇ ਵੀ ਕੰਮ ਨੂੰ ਤੁਸੀਂ ਰੋਟੀ ਖਾ ਲਓ, 36 ਤਰ੍ਹਾਂ ਦੇ ਪਦਾਰਥ ਬਣੇ, ਰੋਟੀ ਸਾਡੇ ਮਨ ਮਰਜ਼ੀ ਦੀ ਬਣੀ ਹੋਵੇ, ਸਬਜ਼ੀਆਂ ਬਣੀਆਂ ਹੋਣ, ਸਭ ਕੁਛ ਹੋਵੇ, ਤੇ ਮੰਨ ਲਓ ਪਤਾ ਹੋਵੇ ਕਿ ਲਾਗੇ ਇੱਕ ਬੰਬ ਪਿਆ ਫਟਣ ਵਾਲਾ ਵਾ, ਤੇ ਸਾਨੂੰ ਉਹਦਾ ਸਵਾਦ ਆਏਗਾ? ਕੋਈ ਫਿਲਮ ਵੇਖਣ ਗਏ ਹੋਈਏ, ਬੜੇ ਸ਼ੌਕੀਨ ਹੋਈਏ, ਫਿਲਮ ਬੜੀ ਪਸੰਦ ਦੀ ਲੱਗੀ ਹੋਵੇ, ਅੰਦਰ ਬੈਠੇ ਹੋਈਏ, ਤੇ ਕੋਈ ਕਿਸੇ ਤਰ੍ਹਾਂ ਦਾ ਵੀ ਡਰ ਮਗਰ ਇਹ ਹੋਵੇ ਕਿ ਘਰ ਤੇ ਇੰਨਾ ਸੋਨਾ ਪਿਆ, ਘਰ ਚੋਰੀ ਨਾ ਹੋ ਜਾਏ, ਕਿਤੇ ਲਾਗੇ ਚੋਰੀ ਹੋ ਗਈ ਸੀ ਜਾਂ ਕੁਛ ਹੀ, ਫਿਲਮ ਵੇਖਦਿਆਂ ਵੀ ਆਨੰਦ ਨਹੀਂ ਆਉਂਦਾ। ਇਹ ਕੀ ਨੇ? ਭੈ ਨੇ ਸਾਰੇ। ਸਤਿਗੁਰਾਂ ਨੇ ਦਇਆ ਕੀਤੀ ਹੋਵੇ, ਕਿਰਪਾ ਕੀਤੀ ਹੋਵੇ, ਇਹਨੂੰ ਸੰਸਾਰੀ ਭੌਤਿਕ ਸੁੱਖ ਸਭ ਮਿਲੇ ਹੋਣ, ਇਹਦੇ ਕੋਲ ਪੈਸਾ ਹੋਵੇ, ਇਹਦੇ ਕੋਲ ਬੱਚੇ ਹੋਣ, ਇਹਦੇ ਕੋਲ ਪਰਿਵਾਰ ਅੱਛਾ ਹੋਵੇ, ਇਹਦਾ ਕੋਠੀ ਵਧੀਆ ਅੱਛੀ ਹੋਵੇ, ਪਰ ਇਹਦੇ ਅੰਦਰ ਭੈ ਹੋਵੇ ਕਿਸੇ ਜਦ ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਮੇਰੇ ਕੰਮ ਵੀ ਆਉਣੇ, ਕੁਛ ਵੀ ਭੈ ਹੋਵੇ, ਇਹ ਤਾਂ ਵੀ ਸੁੱਖ ਨਹੀਂ। ਉਹਨਾਂ ਚੀਜ਼ਾਂ ਦਾ, ਬਖਸ਼ੀਆਂ ਚੀਜ਼ਾਂ ਦਾ ਸੁੱਖ ਨਹੀਂ ਲੈ ਸਕਦਾ। ਸਾਰੀਆਂ ਚੀਜ਼ਾਂ ਇਹਦੇ ਕੋਲ ਹੋਣਗੀਆਂ ਪਰ ਇਹਨੂੰ ਸੁੱਖ ਨਹੀਂ ਹੋਏਗਾ। ਇਸ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਦੀ ਬੇਨਤੀ ਹੋ ਰਹੀ ਹੈ ਕਿ ਭਗਤ ਜਨ ਭੈ ਹਰਨ
ਕਿ ਸਤਿਗੁਰੂ ਜੀ ਦਇਆ ਕਰੋ, ਕਿਰਪਾ ਕਰੋ, ਸਾਡੇ ਮਨ ਦੇ ਵਿੱਚੋਂ ਜਿਹੜੇ ਭੈ ਖਤਮ ਕਰੋ। ਕਿਹੜੀ ਚੀਜ਼ ਨਹੀਂ ਸਾਡੇ ਕੋਲ, ਕਾਹਦੇ ਕਰਕੇ ਅਸੀਂ ਉਸ ਅਵਸਥਾ ਨੂੰ ਨਹੀਂ ਪਾ ਰਹੇ? ਡਰ ਭੈ ਹੀ ਨਹੀਂ। ਮੈਂ ਕਈ ਵਾਰੀ ਜਦੋਂ ਕਹਿੰਦਾ ਗੁਰੂ ਮਹਾਰਾਜ ਦੇ ਬਚਨ ਹੀ ਧਰਾਉਣਾ ਹੈ, ਮੈਂ ਕਹਿੰਦਾ ਕਿ ਕੋਈ ਵੀ ਸਤਿਗੁਰਾਂ ਦਾ ਡਰ ਰੱਖੀਏ, ਕਿਸੇ ਚੀਜ਼ ਦਾ ਡਰ ਦੀ ਲੋੜ ਹੀ ਨਹੀਂ ਹੈਗੀ। ਜੋ ਮਰਜ਼ੀ ਚੱਲੇ, ਹੋਈ ਜਾਵੇ, ਅਸੀਂ ਲੈਣਾ ਕੀ ਕਿਸੇ ਚੀਜ਼ ਤੋਂ? ਜੋ ਮਰਜ਼ੀ ਹੋਵੇ, ਬਿਮਾਰੀਆਂ ਹੋਣ, ਤੂਫਾਨ ਆਉਣ, ਲੜਾਈਆਂ ਲੱਗਣ, ਜੋ ਮਰਜ਼ੀ ਹੋਵੇ, ਆਪਣੇ ਸਤਿਗੁਰਾਂ ਦਾ ਆਸਰਾ ਨਾ ਛੱਡੇ। ਇੱਕੋ ਕਵੇ ਕਿ ਹੋਗਾ ਵਹੀ ਜੋ ਰਾਮ ਰਚ ਰਾਖਾ। ਜਦੋਂ ਉਹਦਾ ਹੋਏਗਾ, ਕੀਤਾ ਹੋਣਾ, ਤੇ ਫਿਰ ਸਾਨੂੰ ਡਰਨ ਦੀ ਕੀ ਲੋੜ ਹੈ? ਉਹਦੇ ਆਸਰੇ ਤੇ ਜੇ ਸਤਿਗੁਰ ਦਇਆ ਕਿਰਪਾ ਕਰ ਦੇਣ, ਭੈ ਖਤਮ ਹੋ ਜਾਣ, ਤੇ ਇਹ ਜਿਹੜੀ ਪਰਮ ਆਨੰਦ ਦੀ ਅਵਸਥਾ ਜਿਹੜੀ ਇਹਦੀ ਜਿੱਥੇ ਮਰਜ਼ੀ ਇਹਦੀ ਬਣ ਜਾਂਦੀ ਹੈ। ਫਿਰ ਇਹ ਆਨੰਦ ਹੀ ਆਨੰਦ ਇਹਨੂੰ, ਫਿਰ ਇਹਨੂੰ ਕਾਹਦਾ ਇਹਨੂੰ ਡਰਿਆ ਫਿਰ ਇਹਨੂੰ। ਮੈਂ ਕਈ ਵਾਰੀ ਕਹਿੰਦਾ ਹੈ ਕਿ ਆਪਾਂ ਬੱਚੇ ਬਣ ਜਾਈਏ। ਬੱਚੇ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਹੁੰਦੇ ਨੇ, ਦੇਖੋ ਆਪਾਂ ਕਿੱਦਾਂ, ਉਹ ਧੁੱਪ 'ਚ ਵੀ ਆਨੰਦ ਲਈ ਜਾਂਦੇ ਨੇ, ਉਹ ਠੰਡ 'ਚ ਵੀ ਆਨੰਦ ਲਈ ਜਾਂਦੇ ਨੇ, ਉਹ ਮਿੱਟੀ ਹੋਵੇ ਮਿੱਟੀ 'ਚ ਵੀ ਖੇਡ ਕੇ ਆਨੰਦ ਲਈ ਜਾਂਦੇ, ਚਿੱਕੜ ਹੋਵੇ ਚਿੱਕੜ 'ਚ ਲਿਬੜ ਕੇ ਆਨੰਦ ਲਈ ਜਾਂਦੇ ਨੇ। ਉਹ ਜਿੱਥੇ ਵੀ ਉਹ ਬੈਠੇ ਬੈਠੇ ਉਹਨੂੰ ਹਰ ਚੀਜ਼ ਨੂੰ ਆਨੰਦ ਲਈ ਜਾਂਦੇ ਨੇ, ਕਿਉਂਕਿ ਅਵਸਥਾ ਅੰਦਰ ਆਨੰਦ ਹੈ, ਇਸ ਕਰਕੇ ਉਹਨਾਂ ਨੂੰ ਹਰ ਚੀਜ਼ 'ਚੋਂ ਆਨੰਦ ਮਿਲ ਰਿਹਾ। ਸਾਡੇ ਅੰਦਰ ਭੈ ਨੇ, ਇਸ ਕਰਕੇ ਸਾਨੂੰ ਹਰ ਥਾਂ ਤੋਂ ਭੈ ਲੱਗ ਰਿਹਾ, ਡਰ ਲੱਗ ਰਿਹਾ ਸਾਨੂੰ। ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰੀਏ, ਜਿਸ ਤਰ੍ਹਾਂ ਸਤਿਗੁਰਾਂ ਨੇ ਫਰਮਾਇਆ ਵਿੱਚ ਕਿ ਇਸੇ ਤਰੀਕੇ ਨਾਲ ਹੀ ਅਸੀਂ ਬੇਨਤੀ ਕਰੀਏ ਕਿ ਮਹਾਰਾਜ ਜੀ ਦਇਆ ਕਰੋ, ਕਿਰਪਾ ਕਰੋ, ਸਾਨੂੰ ਆਪਣਾ ਡਰ ਭੈ ਬਖਸ਼ੋ, ਆਪਣਾ ਪਿਆਰ ਬਖਸ਼ੋ। ਦੁਨੀਆ ਦੇ ਡਰ ਸਾਡੇ ਅੰਦਰ ਜਿਹੜੇ ਜਿੰਨੇ ਵੀ ਖਤਮ ਕਰੋ, ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਓ। ਨਾਲ ਬੇਨਤੀ ਕਰੀਏ, ਨਾਲ ਉਸ ਕੋਸ਼ਿਸ਼ ਕਰੀਏ ਉਸ ਚੀਜ਼ ਦੀ। ਪਤਾ ਤਾਂ ਲੱਗਦਾ ਹੀ ਹੈ ਨਾ, ਜਦੋਂ ਅਸੀਂ ਇੱਕ ਚੀਜ਼ ਕਹਿ ਰਹੇ ਹਾਂ, ਤੇ ਜੇ ਕਿਸੇ ਚੀਜ਼ ਤੋਂ ਲੱਗ ਵੀ ਰਿਹਾ ਹੈ, ਤੇ ਬਈ ਜੇ ਇੱਕ ਮਾੜਾ ਵਿਚਾਰ ਆ ਰਿਹਾ ਹੈ, ਤੇ ਚੰਗਾ ਵੀ ਸਤਿਗੁਰਾਂ ਦੇ ਬਚਨ ਨੂੰ ਯਾਦ ਕਰੀਏ। ਹੌਲੀ ਹੌਲੀ ਕਰਦਿਆਂ 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 ਇਹ ਸਾਰੇ ਜਿਹੜੇ ਚੀਜ਼ਾਂ ਕੱਟੀਆਂ ਜਾਣਗੀਆਂ। ਫਿਰ ਉਹ ਜਿਹੜੀ ਆਨੰਦ ਦੀ ਅਵਸਥਾ ਇਹਦੀ 24 ਘੰਟੇ ਰਹੇਗੀ। ਜਿਹੜਾ ਉਹਨੇ ਫਰਮਾਇਆ ਨਾ ਕਿ ਸਦਾ ਦੀਵਾਲੀ ਸਾਧਕੀ ਆਠੋਂ ਪਿਆਰ ਬਸੰਤ, ਉਹ ਦੀਵਾਲੀ ਕਾਹਦੇ ਨਾਲ ਆ? ਬਸੰਤ ਕਿਸ ਤਰ੍ਹਾਂ? ਸਾਡੀ ਤੇ ਦੀਵਾਲੀ ਇੱਕ ਵਾਰੀ ਆਉਂਦੀ ਆ, ਅਸੀਂ ਉਹ ਕਹਿੰਦੇ ਪਟਾਕੇ ਚਲਾ ਕੇ, ਉਹ ਵੀ ਕਿਸੇ ਦਾ ਘਰ ਸੜ ਜਾਂਦਾ, ਕਿਸੇ ਦੇ ਪੈਸੇ ਉੱਛੜ ਜਾਂਦੇ ਨੇ, ਤੇ ਉਹ ਵੀ ਦੀਵਾਲੀ ਦਾ ਦਿਵਾਲਾ ਬਣ ਜਾਂਦਾ। ਪਰ ਉਹਨਾਂ ਦੀ ਹਮੇਸ਼ਾ ਹੀ ਦੀਵਾਲੀ, ਅੰਦਰ ਦੀਏ ਜਗ ਰਹੇ ਨੇ, ਅੰਦਰ ਹੀ ਉਹ ਜਿਹੜੀਆਂ ਰੋਸ਼ਨੀਆਂ ਹੋ ਰਹੀਆਂ ਨੇ। ਪਰ ਇਹ ਨਹੀਂ ਕਿ ਅਸੀਂ ਉਸ ਨਹੀਂ ਪਾ ਸਕਦੇ, ਕਿਉਂਕਿ ਹੁਣ ਕਿਹਾ ਕਿ संत और पारस में बड़ो अंतर जान, वो लोहे को कंचन करे वो कर ले आप समान। पारस ते लोहे नूं सोना करता है, पारस नहीं करता, पर संत जाने नूं अपने वर्गा ही बना लेंदे ने। जिन्ने भी असीं पिछे देखदे, जे दूसरी पातशाही ने कीती ते वो भी उन्हां दा रूप बन गए, तीसरी पातशाही ने दूसरी पातशाही दा ध्यान कीता ते उन्हां दा स्वरूप बन गए। जिन्हां दा असीं ध्यान धरदे हां उन्हां दा ही असीं स्वरूप पाल लैंदे। ਅਸੀਂ ਬਸ ਕਰਨਾ ਕੀ ਹੈ ਕਿ ਸਤਿਗੁਰਾਂ ਦੇ ਉੱਤੇ ਅਰਪਿਤ ਹੋਣਾ, ਸ਼ਰਨ ਦੇ ਵਿੱਚ ਉਹਨਾਂ ਦੇ ਜਾਣਾ ਸੱਚੀ। ਤੇ ਸਤਿਗੁਰ ਦਇਆ ਕਿਰਪਾ ਕਰਨ। ਪਿਛਲੇ ਵੀ ਸਤਿਗੁਰਾਂ ਦੇ ਸਤਸੰਗ ਦੇ ਪੰਜਵੇਂ ਪਾਤਸ਼ਾਹ ਦੀ ਬਾਣੀ ਅਸੀਂ ਸਾਰਿਆਂ ਨੇ ਸੁਣੀ, ਉਹਦੇ ਵਿੱਚ ਵੀ ਸਤਿਗੁਰਾਂ ਨੇ ਸਿਰਫ ਇਹੋ ਹੀ ਚੀਜ਼ਾਂ ਜਿਹੜੇ ਸਾਡੇ ਔਗਣਾਂ ਨੂੰ ਦੂਰ ਕਰਨ ਵਾਸਤੇ ਜਿਹੜੇ ਇਹੀ ਰਸਤੇ ਦੱਸੇ ਕਿ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਔਗਣਾਂ ਨੂੰ ਦੂਰ ਕਰਕੇ ਉਹ ਜਿਹੜੀ ਆ ਦਸ਼ਾ ਨੂੰ ਜਿਹੜੀ ਪਾ ਸਕਦੇ ਹਾਂ। ਤੇ ਸਤਿਗੁਰ ਕਿਰਪਾ ਕਰਨ, ਅਸੀਂ ਸੱਚੇ ਮਨ ਨਾਲ ਉਹਨਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰ ਸਕੀਏ, ਸੱਚੇ ਮਨ ਦੇ ਨਾਲ ਆਪਣੇ ਭੁੱਲਾਂ ਦੀ ਉਹਨਾਂ ਕੋਲ ਮਾਫੀ ਮੰਗ ਸਕੀਏ, ਤੇ ਉਹਨਾਂ ਦੀ ਜਿਹੜੀ ਦਇਆ ਨੂੰ ਅਸੀਂ ਪਾ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।